ਪੰਜਾਬੀ ਆਡੀਓ ਬੁੱਕ ਸੁਣ ਰਹੇ ਸਾਰੇ ਸਰੋਤਿਆਂ ਨੂੰ ਫਤਿਹ ਅੱਜ ਕਰਦੀ ਹਾਂ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਿਛਲੇ ਭਾਗ ਵਿੱਚ ਅਸੀਂ ਕੁੱਲ 135 ਪੰਨੇ ਪੜ੍ਹ ਚੁੱਕੇ ਸੀ। ਹੁਣ ਸ਼ੁਰੂ ਕਰਦੇ ਹਾਂ ਪੰਨਾ ਨੰਬਰ 136। ਇਹ ਗੱਲ ਇਉਂ ਹੋਈ। ਇਸ ਜੁਲਾਈ 1936 ਦੇ ਸਿੱਖ ਆਗੂਆਂ ਦੇ ਸਮਾਗਮ ਦੀਆਂ ਰਿਪੋਰਟਾਂ ਜਦ ਲੰਡਨ ਬਰਤਾਨਵੀ ਗਵਰਨਮੈਂਟ ਕੋਲ ਪੁੱਜੀਆਂ ਤਾਂ ਉੱਥੇ ਬੜੀ ਚਿੰਤਾ ਹੋਈ। ਸੋਚ ਵਿਚਾਰ ਪਿੱਛੋਂ ਸਤੰਬਰ 1936 ਵਿੱਚ ਇਹ ਫੈਸਲਾ ਕੀਤਾ ਗਿਆ ਕਿ ਜੇ ਸਿੱਖ ਸੱਚੀ ਮੁੱਚੀ ਕਮਿਊਨਲ ਅਵਾਰਡ ਵਿਰੁੱਧ ਰੋਸ ਵਜੋਂ ਮਰਨ ਮਾਰਨ ਉੱਤੇ ਆ ਜਾਣ ਤਾਂ ਜਿੱਥੇ ਤੱਕ ਪੰਜਾਬ ਦਾ ਸਬੰਧ ਹੈ ਕਮਿਊਨਲ ਅਵਾਰਡ ਇੰਡੀਆ ਐਕਟ 1935 ਵਿੱਚੋਂ ਖਾਰਜ ਕਰ ਦਿੱਤਾ ਜਾਵੇ ਤੇ ਦੁਬਾਰਾ ਕੇਵਲ ਪੰਜਾਬ ਦੇ ਸਿੱਖਾਂ, ਮੁਸਲਮਾਨਾਂ ਤੇ ਹਿੰਦੂਆਂ ਦੀ ਰਾਊਂਡ ਟੇਬਲ ਕਾਨਫਰੰਸ ਇਸ ਫਿਰਕਾਦਾਰੀ ਤਨਾਸਬ ਨੂੰ ਨਜਿੱਠਣ ਲਈ ਬੁਲਾਈ ਜਾਵੇ। ਇਸ ਅਨੁਸਾਰ ਅਕਤੂਬਰ 1936 ਵਿੱਚ ਗਵਰਨਰ ਪੰਜਾਬ ਵੱਲੋਂ ਕਮਿਸ਼ਨਰਾਂ ਦੇ ਨਾਮ ਗੁਪਤੀ ਹੁਕਮ ਜਾਰੀ ਹੋਏ ਕਿ ਉਨ੍ਹਾਂ ਦੇ ਜ਼ਿਲ੍ਹਿਆਂ ਵਿੱਚ ਜਿਸ ਵੇਲੇ ਵੀ ਸਿੱਖ ਮਰਨ ਮਾਰਨ ਉੱਤੇ ਉੱਠ ਖੜੇ ਹੋਣ ਤੇ ਮੌਤਾਂ 20 ਤੋਂ ਵੱਧ ਜਾਣ ਤਾਂ ਝਟਪਟ ਸਰਕਾਰੀ ਐਲਾਨ ਪੰਜਾਬ ਵਿੱਚੋਂ ਕਮਿਊਨਲ ਅਵਾਰਡ ਦੀ ਵਾਪਸੀ ਦਾ ਬਰਤਾਨਵੀ ਸਰਕਾਰ ਵੱਲੋਂ ਕਰ ਦਿੱਤਾ ਜਾਵੇ। ਇਹ ਗੱਲ ਨਵੰਬਰ ਸਨ 1936 ਦੇ ਅੰਤ ਵਿੱਚ ਅਕਾਲੀ ਆਗੂਆਂ ਦੇ ਕੰਨਾਂ ਵਿੱਚ ਪਹੁੰਚਾ ਦਿੱਤੀ ਗਈ। ਪਰ ਸਿੱਖ ਆਗੂ ਇਸ ਵੇਲੇ ਤੱਕ ਕਮਿਊਨਲ ਅਵਾਰਡ ਬਾਬਤ ਰੋਸ ਭੁੱਲ ਚੁੱਕੇ ਸਨ ਅਤੇ ਝਗੜਾ ਇਹ ਰਹਿ ਗਿਆ ਸੀ ਕਿ ਮਾਸਟਰ ਤਾਰਾ ਸਿੰਘ ਦੇ ਬੰਦੇ ਪੰਜਾਬ ਕੌਂਸਲ ਲਈ ਚੁਣੇ ਜਾਣ ਕਿ ਸਰ ਸੁੰਦਰ ਸਿੰਘ ਮਜੀਠੀਆ ਦੇ। ਅੰਤ ਨੂੰ ਮਾਰਚ 1937 ਦੀਆਂ ਚੋਣਾਂ ਵਿੱਚ ਸਿੱਖਾਂ ਨੇ ਆਪਸੀ ਭਰਾ ਮਾਰੂ ਘੋਲ ਇਸੇ ਨੁਕਤੇ ਉੱਤੇ ਕੀਤਾ, ਕਮਿਊਨਲ ਅਵਾਰਡ ਦੇ ਬਰਖਿਲਾਫ ਨਹੀਂ। ਕਮਿਊਨਲ ਅਵਾਰਡ ਨੂੰ ਬਦਲ ਦੇਣ ਬਾਬਤ ਬਰਤਾਨਵੀ ਸਰਕਾਰ ਦੇ ਫੈਸਲੇ ਦੀ ਗੱਲ ਜਦੋਂ ਗਿਆਨੀ ਕਰਤਾਰ ਸਿੰਘ ਨੂੰ ਕਹੀ ਗਈ ਤਾਂ ਇਸ ਪੰਥ ਦੇ ਦਿਮਾਗ ਦਾ ਉੱਤਰ ਸੀ, ਇਹ ਸਰਦਾਰ ਕਪੂਰ ਸਿੰਘ ਸਿੱਖਾਂ ਦੇ ਜੂੰਡੇ ਪਟਵਾ ਕੇ ਹੀ ਸਾਹ ਲਵੇਗਾ। ਮਾਸਟਰ ਜੀ ਨੂੰ ਇਸ ਦੇ ਨੇੜੇ ਨਾ ਜਾਣ ਦਿਆ ਕਰੋ। ਇਹ ਸੁਣ ਕੇ ਮੇਰੇ ਦਿਮਾਗ ਵਿੱਚ ਰਤਨ ਸਿੰਘ ਭੰਗੂ ਦਾ ਪ੍ਰਾਚੀਨ ਪੰਥ ਪ੍ਰਕਾਸ਼ ਵਿੱਚ ਅੰਕਿਤ ਗੰਗ ਰਾਏ ਕਵੀ ਦਾ ਅੰਤਮ ਵਾਕ ਆਪ ਹੁਦਰਾ ਗੂੰਜ ਉੱਠਿਆ। ਕਭੂ ਨਾ ਗਾਡੂ ਰਣ ਚੜ੍ਹੈ, ਕਭੂ ਨਾ ਬਾਜੈ ਬੰਬ, ਸਕਲ ਸਭਾ ਕੋ ਰਾਮ ਰਾਮ, ਬਿਦਾ ਹੋਤ ਹੈ ਗੰਗ। ਇੱਕ ਜ਼ਰੂਰੀ ਫੁੱਟਨੋਟ। ਅਕਾਲੀ ਰਿਪੋਰਟ ਜਲੰਧਰ ਫਰਵਰੀ ਮਾਰਚ 1978 ਦੇ ਸਫਾ 9 ਉੱਤੇ ਮਲੰਗ ਆਗੂ ਜਥੇਦਾਰ ਸੰਮਾ ਸਿੰਘ ਲਾਇਲਪੁਰੀ ਦੇ ਸਿਰਲੇਖ ਹੇਠਾਂ ਹਰਜਿੰਦਰ ਸਿੰਘ ਦਲਗੀਰ ਐਡਵੋਕੇਟ ਦਾ ਮਜ਼ਮੂਨ ਛਪਿਆ ਹੈ ਕਿ ਜਥੇਦਾਰ ਸੰਮਾ ਸਿੰਘ ਨੇ ਲੇਖਕ ਨੂੰ ਦੱਸਿਆ ਕਿ ਗਿਆਨੀ ਕਰਤਾਰ ਸਿੰਘ ਮੇਰਾ ਯਾਰ ਸੀ ਪਰ ਬੁਜ਼ਦਿਲ ਸੀ, ਕੈਦ ਹੋਣ ਤੋਂ ਡਰਦਾ ਸੀ ਤੇ ਵਜ਼ੀਰੀ ਵਾਸਤੇ ਮਰਦਾ ਸੀ। ਫੁੱਟਨੋਟ ਸਮਾਪਤ। ਮਾਸਟਰ ਤਾਰਾ ਸਿੰਘ ਮੈਨੂੰ ਕਹਿਣ ਲੱਗੇ, ਸਹੁੰ ਅਸੀਂ ਇਕੱਲਿਆਂ ਨੇ ਹੀ ਨਹੀਂ ਸੀ ਖਾਧੀ, ਸੁੰਦਰ ਸਿੰਘ ਮਜੀਠੀਆ ਵੀ ਤਾਂ ਨਾਲ ਹੀ ਸੀ। ਧੰਨ ਸਿੱਖੀ। ये मिसरे लिख दिया किस शोख ने मेहराबे मस्जिद पर, कहनादा गिर गए सजदों में जब वक्ते कियाम आया। यों सिख आगुआं वल्लों पाई गुरु गोबिंद सिंह नूं वंगार दा नितारा होया। दंबी ते कायर सिख दो जहान दे वाली कोलों झूठियां भबकां मार के बख्शिशां खोना लोचदे सन। कल्लर दियां वणजारियां चुंगे मुश्क मंगेन। 1937 ਦੀਆਂ ਚੋਣਾਂ ਵਿੱਚ ਉਹ ਸੂਬੇ ਜਿਨ੍ਹਾਂ ਵਿੱਚ ਹਿੰਦ ਬਹੁਤ ਸੰਖਿਆ ਸੀ ਕਾਂਗਰਸ ਦੇ ਹੱਥ ਆਏ ਅਤੇ ਜਿਨ੍ਹਾਂ ਵਿੱਚ ਮੁਸਲਮਾਨਾਂ ਦੀ ਬਹੁ ਗਿਣਤੀ ਸੀ ਉਹ ਮੁਸਲਿਮ ਲੀਗ ਦੇ ਹੱਥ ਆਏ। ਫਰੰਟੀਅਰ ਵਿੱਚ ਅਬਦੁਲ ਗਫਾਰ ਖਾਨ ਦੇ ਲਾਲ ਕੁੜਤੀਏ ਜਿੱਤ ਗਏ ਤੇ ਇਉਂ ਉੱਥੇ ਵੀ ਕਾਂਗਰਸ ਨਾਲ ਸੰਬੰਧਿਤ ਵਜ਼ਾਰਤ ਬਣ ਗਈ। ਪੰਜਾਬ ਵਿੱਚ ਪੇਂਡੂ ਮੁਸਲਮਾਨ ਜਿੱਤੇ ਜਿਨ੍ਹਾਂ ਨੇ ਪੇਂਡੂ ਹਿੰਦੂਆਂ ਨਾਲ ਰਲ ਕੇ ਯੂਨੀਅਨਿਸਟ ਵਜ਼ਾਰਤ ਬਣਾ ਲਈ। ਸਿੱਖਾਂ ਵਿੱਚ ਮਾਸਟਰ ਤਾਰਾ ਸਿੰਘ ਦਾ ਧੜਾ ਜਿੱਤ ਗਿਆ ਤੇ ਇਉਂ ਧੜੇ ਦੇ ਧਣੀ ਸਰਦਾਰ ਬਲਦੇਵ ਸਿੰਘ ਵਜ਼ੀਰ ਸਿੱਖਾਂ ਵੱਲੋਂ ਅੰਤ ਨੂੰ ਬਣ ਗਏ। ਇਉਂ ਸਿੱਖ ਰਾਜਨੀਤੀ ਵਿੱਚ ਚੀਫੀਆਂ ਦੀ ਨੀਤੀ ਦੇ ਸਫਲ ਹੋ ਸਕਣ ਦੀ ਸੰਭਾਵਨਾ ਵੀ ਸਦਾ ਲਈ ਖਤਮ ਹੋ ਗਈ। ਜਿਨ੍ਹਾਂ ਸੂਬਿਆਂ ਵਿੱਚ ਕਾਂਗਰਸੀ ਹਿੰਦੂਆਂ ਦੀ ਬਹੁ ਗਿਣਤੀ ਸੀ ਉੱਥੇ ਕਾਂਗਰਸ ਨੇ ਜਵਾਹਰ ਲਾਲ ਨਹਿਰੂ ਦੀ ਅਗਵਾਈ ਵਿੱਚ ਮੁਸਲਿਮ ਲੀਗ ਦੇ ਮੈਂਬਰਾਂ ਨਾਲ ਰਲ ਕੇ ਸਾਂਝੀ ਵਜ਼ਾਰਤ ਬਣਾਉਣ ਤੋਂ ਇਨਕਾਰ ਕਰ ਦਿੱਤਾ ਤੇ ਇਉਂ ਮੁਸਲਮਾਨਾਂ ਤੇ ਹਿੰਦੂਆਂ ਵਿਚਕਾਰ ਪਾੜਾ ਹੋਰ ਵੀ ਵੱਧ ਗਿਆ। ਸੰਨ 1939 ਵਿੱਚ ਜਦੋਂ ਦੂਜਾ ਵਿਸ਼ਵ ਯੁੱਧ ਛਿੜਿਆ ਤਾਂ ਕਾਂਗਰਸ ਨੇ ਵਜ਼ੀਰੀਆ
इस रोस विच छड्ड दित्तियां कि हिंदुस्तान नूं बिना पुछे युद्ध विच क्यों शामिल किया गया है। इस उत्ते मुस्लिम लीग ने हिंदू दाबे हेठों छुटकारा पाउण दी बड़ी खुशी मनाई। यों संयुक्त हिंदुस्तान दे टुकड़े टुकड़े होण ते देश दे पक्के वंडारे दी नींह स्थिर हुंदी गई। दूजा विश्व युद्ध शुरू होण दे 1 वरे दे अंदर अंदर ही हिटलर ने अद्धा यूरोप जित लिया ते यों लगदा सी जिवें कि इंग्लैंड उत्ते जर्मनी दा कब्जा अज होया कि कल। जुलाई 1940 विच गांधी जी ने बरतानवी गवर्नमेंट नूं खुला सुनेहा जंबक नीति दा भेजिया कि जिवें फ्रांस ने हिटलर दी ईन मन लई है, इवें ही शांतमई रह के अंग्रेज़ां नूं भी योग है कि ओह हिटलर ते मसोलिनी दीआं फौजां नूं बिना रोक पाउण दे ब्रिटिश टापू सांभ लैण देण। उत्तर विच ब्रिटिश सरकार ने गांधी जी दा यह शुभ उपदेश भेजण लई धन्नवाद कीता अते मन्निया कि महात्मा जी दी चेष्टा बड़ी उत्तम है। पर बरतानिया दी गवर्नमेंट ने यह कह के कि अंग्रेज इस युद्ध विच उदों तक लड़ते रहणगे जदों तक फतेह नहीं हो जाती, साहेब दसम पातशाह दे श्री मुखवाक उत्ते फुल चढ़ाए, ना डरो अर सो जब जाए लरो, निश्चय कर अपनी जीत करो। अगस्त 1940 विच बरतानवी सरकार दे हुक्म नाल वायसराय ने ऐलान किया कि लड़ाई तो झटपट पिछों हिंदुस्तान नूं डोमिनियन स्टेटस दे दिता जावेगा अते लड़ाई दे दौरान हिंदुस्तानी देश दी केंद्री सरकार विच शामिल हो के लड़ाई जितन विच सहयोग देण। कांग्रेस वाले यह ना मन्ने अते गांधी जी ने वायसराय नूं कह दिता कि कांग्रेस हिंदुस्तान दे युद्ध विच भाग लैण दे विरुद्ध प्रचार करेगी। यों सन 1940 दे अंत विच गांधी जी, नेहरू आदि लीडर फेर जेलां विच चले गए। सन 1942 दे आरंभ विच विश्व युद्ध दा पासा अंग्रेज़ां ते इतिहादियां दे खिलाफ होर भी पलट गया। जापान ने पूर्वी एशिया विचों अमरीकन ते अंग्रेजी राज दा दबदबा खो लिया अते सिंगापुर उत्ते कब्जा कर लिया। अंग्रेजी फौजां नूं बर्मा खाली करना पिया। 8 मार्च 1942 नूं जापानी फौजां रंगून विच दाखल हो गईयां। इस पिछोकड़ विच बरतानिया दे युद्ध मंत्री ने हिंदुस्तान नूं पूर्ण स्वतंत्रता देण बारे एक स्कीम बनाई ते सर स्टैफर्ड क्रिप्स नूं हिंदुस्तान भेजिया कि ओह यह स्कीम हिंदुस्तानी लीडरां कोलों प्रवान करवा लियावे। यह क्रिप्स मिशन कहाया। मार्च 1942 दे अंतले दिन सन अते मैं ते मेरी ਸਿੰਘਣੀ उन्हां दिनां विच गांधी जी दे वर्धा आश्रम गए होए सी। आश्रम विच फिरदियां देख के पहले दिन ही गांधी जी ने सानू दोहां नूं अपनी कुटिया विच बुला लिया। परिचय करवाण वेले जद मैं सन 1932 विच 10 साल पहला कैंब्रिज विच होई मुलाकात याद करवाई तां गांधी जी नूं झट मेरी सिमरती आ गई। बड़े प्यार नाल गांधी जी ने साडा आश्रम विच स्वागत कीता ते प्राहुणाचारी कीती। 2-3 दिन घंटा घंटा गल्लां करदे रहे, राजनीति बारे भी पर बहुतियां सिख धर्म बारे। मैं गिला किया कि गुरु गोबिंद सिंह जी नूं अपने अखबार यंग इंडिया विच भुल्लड़ देश भगत लिख के गांधी जी ने केवल वड्डी अवग्या ही नहीं की है, सगों अपने विवेक प्रंश होण दा सबूत भी दिता है अते सिखां दे दिल भी दुखाए हन। मैं कहा कि उन्हां नूं ते बाकी गैर सिखां नूं सिख मत बारे सोझी बहुत घट है, क्यों जो सिख धर्म ग्रंथ पंजाबी गुरमुखी विच लिखिया होया है अते सिख दर्शन दे सिद्धांतां दी पड़चोल अजे तक आधुनिक ढंग नाल होई नहीं। सिखी मध्यकालीन ब्राह्मणी हिंदू मत दी भगती लहर दी शाखा उक्का नहीं है, सगों एक स्वतंत्र अते पूर्ण धर्म है जिसदा ब्राह्मणी हिंदू मत नालों इस तों भी वड्डा अंतर है जितना कि इस्लाम ते ईसाई मत दा यहूदी मत नालों है। गुरु गोबिंद सिंह देश भगत उक्का नहीं सन, क्यों जो धरती दी पूजा भगती सिक्खी विच मना है। गर्दम प्रीत भसम संग होए अते केवल देश काल रहत अकाल पुरख दी भगती ही प्रवान है। इसलिए उन्हां दे भुल्लड़ देश भगत होण दा सवाल ही पैदा नहीं हुंदा। विश्व कल्याणकारी धर्म दा प्रचार उन्हां दा निरोल आशा सी ते उन्हां दा मत है कि प्राधीन मनुष्य ते जातियां पूर्ण धार्मिक जीवन बतीत नहीं कर सकदियां।
ਸਿੱਖ ਮਤ ਇਸਲਾਮ ਦਾ ਵਿਰੋਧੀ ਹੋਣਾ ਤਾਂ ਇੱਕ ਪਾਸੇ ਰਿਹਾ, ਉਹ ਇਸਲਾਮ ਦੇ ਮਹਾਨ ਮੁੱਢਲੇ ਤੇ ਮੂਲਕ ਸਿਧਾਂਤ ਕਿ ਮਾਨੁਸ਼ੀ ਧਰਮ ਦਾ ਸਾਰੰਸ਼ ਸਵੈ ਇੱਛਾ ਨੂੰ ਈਸ਼ਵਰੀ ਇੱਛਾ ਨਾਲ ਇਕਸਾਰ ਕਰਨਾ ਹੈ ਦੀ ਭਰਪੂਰ ਪੁਸ਼ਟੀ ਕਰਦਾ ਹੈ। ਸਿੱਖਾਂ ਦੇ ਧਰਮ ਪੁਸਤਕ ਗੁਰੂ ਗ੍ਰੰਥ ਸਾਹਿਬ ਦੇ ਮੁੱਢ ਵਿੱਚ ਹੀ ਪਹਿਲਾਂ ਇਹ ਕਿਹਾ ਗਿਆ ਹੈ ਕਿ ਧਰਮ ਤੇ ਮਜ਼ਹਬ ਦਾ ਬੁਨਿਆਦੀ ਮਸਲਾ ਹੈ ਕਿ ਆਤਮਾ ਅਥਵਾ ਮਨੁੱਖ ਦਾ ਸੱਤਿਆ ਤੇ ਈਸ਼ਵਰ ਨਾਲ ਮੇਲ ਸਮੀਪਤਾ ਕਿਵੇਂ ਹੋਵੇ। ਕਿਵ ਸਚਿਆਰਾ ਹੋਈ ਹੈ, ਕਿਵ ਕੂੜੇ ਟੁੱਟੇ ਪਾਲ। ਫੇਰ ਉੱਤਰ ਦਿੱਤਾ ਹੈ, ਹੁਕਮ ਰਜਾਈ ਚੱਲਣਾ ਨਾਨਕ ਲਿਖਿਆ ਨਾਲ, ਅਰਥਾਤ ਸਰਵ ਵਿਆਪੀ ਸੱਤਿਆ ਈਸ਼ਵਰ ਦੇ ਅਧੀਨ ਨਿੱਜੀ ਇੱਛਾ ਨੂੰ ਕਰਨ ਨਾਲ ਜਿਸ ਈਸ਼ਵਰੀ ਇੱਛਾ ਦਾ ਕਿ ਬੀਜ ਰੂਪ ਗਿਆਨ ਹਰ ਆਤਮਾ ਦੇ ਕੇਂਦਰ ਵਿੱਚ ਸਥਿਤ ਹੈ। ਹੁਕਮ ਰਜਾਈ ਚੱਲਣਾ ਦੇ ਸਪਸ਼ਟ ਸ਼ਾਬਦਿਕ ਅਰਥ ਹਨ ਇਸਲਾਮ ਕਬੂਲ ਕਰਨਾ। ਇਹ ਈਸ਼ਵਰੀ ਇੱਛਾ ਕੀ ਹੈ? ਕੀ ਇਸ ਇੱਛਾ ਦੀ ਰੂਪ ਰੇਖਾ ਅਨਾਦਿ ਤੇ ਅਟੱਲ ਤੌਰ ਉੱਤੇ ਕਿਸੇ ਇੱਕ ਮਜ਼ਹਬ ਦੀ ਧਰਮ ਪੁਸਤਕ ਜਾਂ ਉਸ ਦੇ ਬਾਣੀ ਦੇ ਪਾਏ ਹੋਏ ਪੂਰਨਿਆਂ ਵਿੱਚ ਸੀਮਤ ਹੈ, ਜਾਂ ਕੀ ਇਸ ਦਾ ਨਿਕਾਸ ਤੇ ਵਿਕਾਸ ਹਰ ਪ੍ਰਾਣੀ ਦੀ ਅੰਤਰ ਆਤਮਾ ਵਿੱਚ ਨਿਤ ਪ੍ਰਵਾਹ ਰੂਪ ਵਿੱਚ ਮੌਜੂਦ ਹੈ, ਜਿਵੇਂ ਕਿ ਸਿੱਖੀ ਸਿਧਾਂਤ ਹੈ? ਕੀ ਇਸਲਾਮ ਦੀ ਸਮਾਜਿਕ ਤੇ ਰਾਜਸੀ ਵਿਚਾਰਧਾਰਾ ਧਾਰਮਿਕ ਇਸਲਾਮ ਦਾ ਅਵਸ਼ਕ ਅੰਗ ਹੈ? ਇਹ ਮਤਭੇਦ ਸਿੱਖੀ ਦੇ ਮੁਸਲਮਾਨਾਂ ਨਾਲ ਸਨ ਤੇ ਇਹੋ ਕਾਰਨ ਮੁਗਲ ਪਾਤਸ਼ਾਹੀਆਂ ਨਾਲ ਸਿੱਖਾਂ ਦੇ ਜੰਗਾਂ ਯੁੱਧਾਂ ਦੇ। ਸਿੱਖੀ ਦਾ ਇਸਲਾਮ ਨਾਲ ਕੋਈ ਸਥਾਈ ਵਿਰੋਧ ਉੱਕਾ ਨਹੀਂ ਹੈ। ਜਿਸ ਜਜ਼ਬੇ ਤੇ ਸਿਧਾਂਤ ਨੂੰ ਅੱਜ ਕੱਲ੍ਹ ਦੇ ਰਾਜਸੀ ਹਿੰਦੂ ਦੇਸ਼ ਭਗਤੀ ਕਹਿੰਦੇ ਹਨ, ਸਿੱਖੀ ਦੀ ਉਸ ਸਿਧਾਂਤ ਨਾਲ ਕੋਈ ਹਮਦਰਦੀ ਨਹੀਂ। ਇਹ ਦੇਸ਼ ਭਗਤੀ ਯੂਰਪ ਵਿੱਚੋਂ ਮਾਂਗਵੀ ਅਨੀਸ਼ਵਰਵਾਦੀ ਵਿਚਾਰਧਾਰਾ, ਬ੍ਰਾਹਮਣੀ ਹਿੰਦੂ ਮਤ ਦੀ ਭੂਗੋਲ ਆਤਮਕ ਮਨੋਵਿਰਤੀ, ਸਾਕਤ ਮਤ ਦਾ ਦੇਸ਼ ਅਥਵਾ ਭੌਤਿਕ ਸੰਬੋਧਾਂ ਨੂੰ ਦਿਵਯ ਦੇਵੀ ਦੇ ਮਨੋਕਲਪਿਤ ਰੂਪ ਵਿੱਚ ਪੂਜਣ ਦੇ ਰੁਝਾਨ ਦਾ ਇੱਕ ਮਿਲਗੋਬਾ ਜਿਹਾ ਹੈ, ਜੋ ਕਿ ਉੱਚ ਆਤਮਾ, ਸੂਜਨ, ਨਿਰਲੇਪ ਤੇ ਵਿਵੇਕ ਬੁੱਧੀ ਦੇ ਧਾਰਨੀ ਸਮਦਰਸ਼ੀ ਪੁਰਸ਼ ਕਦਾਚਿਤ ਪ੍ਰਵਾਨ ਨਹੀਂ ਕਰ ਸਕਦੇ, ਭਾਵੇਂ ਉਹ ਹਿੰਦੂ ਹੋਣ ਜਾਂ ਕਿਸੇ ਹੋਰ ਮਜ਼ਹਬ ਦੇ। ਸਾਡੇ ਆਪਣੇ ਰਿਸ਼ੀਆਂ ਗੁਰੂਆਂ ਤੇ ਸੱਜਣ ਪੁਰਸ਼ਾਂ ਦੀ ਇਹੋ ਵਿਚਾਰਧਾਰਾ ਸਪਸ਼ਟ ਰਹੀ ਹੈ। ਇਹ ਮੇਰਾ ਉਹ ਤੇਰਾ ਥੋੜ ਦਿਲੇ ਅਗਿਆਨੀ ਪੁਰਸ਼ਾਂ ਦੀ ਰੀਤੀ ਹੈ। ਗਿਆਨਵਾਨ ਸੱਜਣ ਪੁਰਸ਼ ਸਾਰੇ ਸੰਸਾਰ ਨੂੰ ਹੀ ਆਪਣੀ ਕੌਮ ਬਰਾਦਰੀ ਮੰਨਦੇ ਹਨ। 20ਵੀਂ ਸਦੀ ਦੇ 1000 ਵਰ੍ਹਿਆਂ ਤੋਂ ਗੁਲਾਮ ਚਲੇ ਆ ਰਹੇ ਪੂਰਨ ਰਾਜ ਸੱਤਾ ਲਈ ਹਾਬੜੇ ਹੋਏ ਨੈਸ਼ਨਲਿਜ਼ਮ, ਦੇਸ਼ ਭਗਤੀ ਆਦਿ ਅਹਿੰਦੂ ਤੇ ਅਸ਼ੁੱਧ ਬਿਰਤੀਆਂ ਧਾਰਨ ਕਰ ਰਹੇ ਹਨ ਅਤੇ ਇਸੇ ਵਹਿਣ ਵਿੱਚ ਮਹਾਨ ਸਿੱਖ ਧਰਮ ਨੂੰ ਵੀ ਭ੍ਰਸ਼ਟ ਕਰ ਰਹੇ ਹਨ। ਇਹ ਨਹੀਂ ਸਮਝਦੇ ਕਿ ਵਿਸ਼ਵ ਕਲਿਆਣਕਾਰੀ ਸਿੱਖ ਧਰਮ ਸਦਾ ਸਥਿਰ ਕੀਮਤਾਂ ਦਾ ਪ੍ਰਚਾਰਕ ਪ੍ਰਸਾਰਕ ਹੈ। ਚਲਾਏਮਾਨ ਕੂਟਨੀਤੀ ਨੈਸ਼ਨਲਿਜ਼ਮ ਦਾ ਮਤ ਸਿੱਖੀ ਧਰਮ ਦਾ ਲਕਸ਼ ਨਹੀਂ ਹੈ ਤੇ ਨਹੀਂ ਹੋ ਸਕਦਾ। ਇਹ ਨੈਸ਼ਨਲਿਜ਼ਮ ਬੜਾ ਤੰਗ ਦਿਲ, ਅਨਿਆਸ਼ੀਲ ਤੇ ਸੀਮਤ ਧਰਮ ਹੈ ਤੇ ਸਿੱਖੀ ਇਸ ਦੀ ਪੁਸ਼ਟੀ ਨਹੀਂ ਕਰਦੀ। ਗਾਂਧੀ ਜੀ ਪੁੱਛਣ ਲੱਗੇ, ਤਾਂ ਕਿ ਸਿੱਖ ਆਪਣੇ ਆਪ ਨੂੰ ਹਿੰਦੂ ਨਹੀਂ ਸਮਝਦੇ? ਮੈਂ ਕਿਹਾ, ਸਿੱਖਾਂ ਦਾ ਵਿਸ਼ਵਾਸ ਹੈ ਕਿ ਸਨਾਤਨ ਤੇ ਵਿਸ਼ਵ ਕਲਿਆਣਕਾਰੀ ਹਿੰਦੂ ਧਰਮ ਦੀ ਸ਼ੁੱਧ ਆਤਮਾ ਦੇ ਵਾਰਸ ਸਿੱਖ ਹੀ ਹਨ। ਸਿੱਖੀ ਤੋਂ ਮੁਨਕਰ ਹਿੰਦੂ ਭੁੱਲੜ ਹਿੰਦੂ ਹਨ। ਇਹ ਵਿਚਾਰ ਮੇਰੇ ਨਹੀਂ, ਸਾਡੇ ਬਜ਼ੁਰਗਾਂ ਦੇ ਚਿਰਕਾਲ ਤੋਂ ਚਲੇ ਆਉਂਦੇ ਹਨ ਅਤੇ ਮੁਸਲਮਾਨ ਪਾਤਸ਼ਾਹੀਆਂ ਨਾਲ ਝਗੜਿਆਂ ਵੇਲੇ ਸਿੱਖ ਸਦਾ ਇਹੋ ਕਹਿੰਦੇ ਰਹੇ, ਹਮ ਹਿੰਦੂ ਹੈਂ ਗੁਰੂ ਕੇ ਸਿੱਖ, ਅਰਥਾਤ ਅਸੀਂ ਗੁਰੂਆਂ ਦੇ ਦਰਸਾਏ ਹੋਏ ਆਦਿ ਸਨਾਤਨ ਤੇ ਵਿਸ਼ਵ ਵਿਆਪੀ ਹਿੰਦੂ ਧਰਮ ਧਰਨੀ ਹਾਂ। ਅਰਥਾਤ ਅਸੀਂ ਗੁਰੂਆਂ ਦੇ ਦਰਸਾਏ ਹੋਏ ਆਦਿ ਸਨਾਤਨ ਤੇ ਵਿਸ਼ਵ ਵਿਆਪੀ ਹਿੰਦੂ ਧਰਮ ਧਾਰਨੀ ਹਾਂ। ਮੇਰੇ ਭੁੱਲੜ ਹਿੰਦੂ ਦੇ ਵਿਅੰਗ ਉੱਤੇ ਗਾਂਧੀ ਜੀ ਮੁਸਕਰਾਏ। ਫਿਰ ਕਹਿਣ ਲੱਗੇ, ਅਹਿੰਸਾ ਬਾਬਤ ਸਿੱਖੀ ਮਤ ਕੀ ਹੈ? ਤੁਸਾਂ ਕਿਰਪਾਨ ਪਾਈ ਹੋਈ ਹੈ। ਮੈਂ ਉੱਤਰ ਦਿੱਤਾ, ਕਿਰਪਾਨ ਬਾਰੇ ਸਿੱਖੀ ਦਾ ਗੋਹ੍य ਸਿਧਾਂਤ ਕੀ ਹੈ? ਇਹ ਗੱਲ ਬਹੁਤ ਲੰਬੀ ਹੋ ਜਾਵੇਗੀ। ਅਹਿੰਸਾ ਨੂੰ ਸਿੱਖੀ ਹਰ ਉੱਚ ਮਾਨੁਸ਼ੀ ਆਤਮਾ ਦੀ ਸਤੇ ਸਿੱਧ ਰੁਚੀ ਮੰਨਦੀ ਹੈ, ਪਰ ਕਈ ਹਜ਼ਾਰ ਵਰ੍ਹੇ ਹੋਏ ਜਦੋਂ ਉਪਨਿਸ਼ਦਾਂ ਦੀ ਵਿਚਾਰਧਾਰਾ ਨੇ ਸਾਡੇ ਦੇਸ਼ ਵਿੱਚ ਜਨਮ ਲਿਆ, ਉਸੇ ਸਮੇਂ ਹੀ ਇਸ ਸਥੂਲ ਵੈਦਿਕ ਦ੍ਰਿਸ਼ਟੀਕੋਣ ਨੂੰ
ਸਾਡੇ ਰਿਸ਼ੀਆਂ ਨੇ ਤਿਆਗ ਦਿੱਤਾ ਸੀ ਕਿ ਨਿਰਜਿੰਦ ਕਰਮ ਯਜਨ ਆਦਿ ਹੀ ਮਾਨੁਸ਼ੀ ਧਰਮ ਦਾ ਸਾਰੰਸ਼ ਹੈ। ਮੂਲ ਪ੍ਰਸ਼ਨ ਮਨ ਤੇ ਆਤਮਾ ਦੀ ਰੁਚੀ ਤੇ ਉਹਨਾਂ ਦੇ ਲਿਪਤ ਹੋਣ ਜਾਂ ਨਿਰਲੇਪ ਰਹਿਣ ਦਾ ਹੈ। ਨਿਰੋਲ ਮੈਕਾਨਕੀ ਕਰਮ ਨਾ ਸਾਰ ਹੈ ਤੇ ਨਾ ਵਿਧਾਨ। ਕੀ ਤੁਸੀਂ ਗੀਤਾ ਦੇ ਰਹੱਸ ਨੂੰ ਕਿਵੇਂ ਹੋਰ ਵੀ ਸਮਝਦੇ ਹੋ? ਇਉਂ ਆਤਮਕ ਅਹਿੰਸਾ ਨੂੰ ਸਿੱਖੀ ਪ੍ਰਵਾਨ ਕਰਦੀ ਹੈ, ਪਰ ਨਿਰੇ ਕਰਮ ਦੀ ਅਹਿੰਸਾ ਦੀਨ ਭਾਵ ਧੱਕੇ ਨੂੰ ਮੰਨ ਲੈਣਾ ਤੇ ਦੁਸ਼ਟ ਦਾ ਦਮਨ ਨਾ ਕਰਨਾ ਅਤੇ ਇਉਂ ਮੰਨਣਾ ਕਿ ਜੇ ਕੋਈ ਸੱਜੇ ਪਾਸੇ ਚਪੇੜ ਮਾਰੇ ਤਾਂ ਖੱਬਾ ਪਾਸਾ ਮੂੰਹ ਦਾ ਉਸ ਵੱਲ ਫੇਰੋ, ਇਹ ਤਾਲਸਤਾਏ ਦਾ ਸਿਧਾਂਤ ਜਾਂ ਯਿਸੂ ਮਸੀਹ ਦਾ ਧਰਮ ਉਪਦੇਸ਼ ਹੋਵੇ ਤਾਂ ਹੋਵੇ, ਅਹਿੰਸਾ ਦਾ ਸਾਰ ਨਹੀਂ। ਵੈਰੀ ਨੂੰ ਪ੍ਰੇਮ ਨਾਲ ਜਿੱਤਣਾ ਤੇ ਕ੍ਰੋਧ ਨੂੰ ਸ਼ਾਂਤੀ ਨਾਲ, ਇਹ ਸਾਡੇ ਮਹਾਪੁਰਸ਼ਾਂ ਦੇ ਪ੍ਰਾਚੀਨ ਉਪਦੇਸ਼ ਹਨ। ਸ਼ਸਤਰ ਸ਼ਕਤੀ ਤੇ ਸ਼ਸਤਰ ਪ੍ਰਯੋਗ ਦਾ ਸਿਧਾਂਤਕ ਨਿਰੋਧ ਅਗਿਆਨ ਆਸ਼ਰਿਤ ਹੈ ਅਤੇ ਆਤਮ ਵਿਹੀਨ। ਕਰਮ ਯਜਨ ਵੈਦਿਕ ਵਿਚਾਰਧਾਰਾ ਤੇ ਯਿਸੂ ਦੇ ਪਰਬਤ ਉਪਦੇਸ਼ ਦੇ ਇੱਕ ਖਾਸ ਪਰਿਭਾਸ਼ ਦਾ ਮਿਲਗੋਬਾ ਹੈ। ਇਹ ਬਣਿਕ ਅਹਿੰਸਾ ਸਿੱਖੀ ਨਹੀਂ ਮੰਨਦੀ। गांधी जी फिर हंस पे ते कहन लगे, बनिया तो मैं हूं और आपने जो मेरा समय लिया है उसके दाम आपको देने पड़ेंगे। फिर गंभीर होके कहन लगे, कोई गुरु गोबिंद सिंह जी का वचन सुनाओ। मैं कहा, मैं तुहानू गुरु गोबिंद सिंह जी दे रचे होए ओह मंत्र सुनांदा हां जिन्हां नाल सिखां नू खंडे दा अंम੍ਰਿਤ छकाया जांदा है। फिर मैं सुधा सवैये जिन्हां विच सैनिक शक्ति राजसी बल ते धन धाम आदि ऐश्वर्य नू तुच्छ दस्या गया है। यथा एते भये तो कहाँ पए भूपत, अंत को अंत के धाम सुधारे। श्रीपत श्री अस्पान कृपा बिन त्याग जहान निदान चलेंगे। पढ़ के ते खोल के सुनाए तां कुछ चिर सोचते रहे ते फिर कहा, सिख मत बारे ਇਹ ਸਾਡਾ ਨਿਰਣਾ ਖੋਲ ਕੇ पुस्तक रूप ਵਿੱਚ लिखो ते मैनू पढ़न लई दिओ। यह बातें मुझे शार्दुल सिंह जी और मंगल सिंह जी ने कभी नहीं बताई। फिर महादेव देसाई नू बुला भेजिया ते एक छोटा जिहा नोट लिखवाया जो यंग इंडिया विच पिछों छप गया। उस विच गांधी जी वल्लों निर्णय किया गया सी कि उन्हां दा भाव गुरु गोबिंद सिंह जी दा निरादर करन दा कदे भी नहीं होया। उस वेले राजकुमारी अमृत कौर जी भी आ गए, जेड़े कि इस समय रता परे होके मेरी सिंगणी नाल गल्लां बातां करदे रहे सन। मैं देखिया कि राजकुमारी जी ने सज्जी बांह विच लोहे दा कड़ा जिहो जिहा कि सिख पाउंदे हन पैरिया होया है। ओह कहन लगे, देखो यह सरदारनी लेडी इरवन कॉलेज दिल्ली दी ग्रेजुएट है। ਉਹ ਕਾਲਜ ਤਾਸਾ ਖੋਲਿਆ ਸੀ ਜੋ ਉੱਥੋਂ ਕੁੜੀਆਂ ਨਿਕਲ ਕੇ ਦੇਸ਼ ਸੇਵਾ ਕਰਨ, ਪਰ ਇਹ ICS ਡਿਪਟੀ ਕਮਿਸ਼ਨਰ ਨਾਲ ਵਿਆਹ ਕਰਾ ਬੈਠੀ ਹੈ। ਅਤਿਥੀ ਸਨਮਾਨ ਵਿੱਚ ਨਿਪੁੰਨ, ਸ਼੍ਰੇਸ਼ਟਾਚਾਰ ਦੇ ਪੁੰਜ ਤੇ ਮਨੋਹਰ ਵਚਨ सम्राट गांधी जी झटपट बोले, नहीं नहीं ऐसा मत कहो, ये सरदार जी बड़े विद्वान हैं और इनके विचार बड़े विचित्र है। ऐसे ही सरदारनी जी भी होंगे, इनके देश सेवक होने में क्या संशय है। इन्हां दिनां विच ही मैं एक दिन गांधी जी की कुटिया विच बैठा सी कि महादेव देसाई जी आके कहन लगे, एक बड़ी जरूरी खबर है। गांधी जी ने कहा, सरदार जी से छिपाने की क्या बात हो सकती है, कह दो। तद महादेव जी ने दस्या कि वलैतो सर स्टैफर्ड क्रिप्स हिंदुस्तान नू सुतंत्र करन दी स्कीम लैके आ रहा है। 22 मार्च 1942 ਨੂੰ ਸਰ ਸਟੈਫਰਡ ਕ੍ਰਿਪਸ ਦਿੱਲੀ ਪੁੱਜਾ ਸੀ, ਜਿਹੜੀ ਸਕੀਮ ਹਿੰਦੁਸਤਾਨ ਦਾ ਰਾਜ ਪ੍ਰਬੰਧ ਚਲਾਉਣ ਦੀ ਅਤੇ ਜੰਗ ਪਿੱਛੋਂ ਨਵਾਂ ਵਿਧਾਨ ਬਣਾਉਣ ਦੀ ਕ੍ਰਿਪਸ ਲੈ ਕੇ ਆਇਆ ਸੀ। ਕਮਿਊਨਲ ਅਵਾਰਡ ਉਸ ਦਾ ਇੱਕ ਤਰ੍ਹਾਂ ਆਧਾਰ ਸੀ। ਕਮਿਊਨਲ ਅਵਾਰਡ ਉਸ ਸਾਰੇ ਢਾਂਚੇ ਦੀ ਪੂਰਵ ਕਲਪਨਾ ਸੀ। ਗਾਂਧੀ ਜੀ ਨੂੰ ਮਿਲ ਕੇ ਅਤੇ ਤੀਰਥ ਯਾਤਰਾ ਕਰਕੇ ਮੈਂ ਫੇਰ ਕਰਨਾਲ ਵਿੱਚ ਡਿਪਟੀ ਕਮਿਸ਼ਨਰ ਆਉਣ ਲੱਗਾ ਤਾਂ ਕਾਂਗਰਸ ਦਾ हिंदुस्तान छोड़ जाओ दा अंदोलन, जिस दा मूल मंत्र सी करो या मरो, चालू हो गया। यह समा अंग्रेजां लई अंदर बाहर जीवन मौत दा संघर्ष सी। पंजाब दे गवर्नर मैनू बुला के कहन लगे, तुसी हुणे गांधी नू मिल के आए हो, मैं तुहानू निंददा नहीं। बहुत सारे हिंदुस्तानियां दी हमदर्दी कांग्रेस ते गांधी दे विचारां नाल है
ਤੇ ਤੁਹਾਡੀ ਵੀ ਹੋਵੇ ਤਾਂ ਮੈਂ ਸਮਝ ਸਕਦਾ ਹਾਂ, ਪਰ ਤੁਸੀਂ ਮੈਨੂੰ ਵੀ ਸਮਝਣ ਦਾ ਯਤਨ ਕਰੋ। ਇਹਨਾਂ ਹਾਲਾਤ ਵਿੱਚ ਤੁਹਾਡੇ ਹੱਥ ਇੱਕ ਜ਼ਿਲ੍ਹੇ ਦੇ ਪ੍ਰਬੰਧ ਦੀ ਵਾਗਡੋਰ ਦੇਣੀ ਯੋਗ ਨਹੀਂ ਭਾਸਦੀ। ਮੈਂ ਉੱਤਰ ਵਿੱਚ ਆਪਣੀਆਂ ਸਭ ਗੱਲਾਂ ਬਾਤਾਂ ਤੇ ਸਬੰਧ ਗਾਂਧੀ ਜੀ ਨਾਲ ਲਾਟ ਸਾਹਿਬ ਨੂੰ ਸੱਚ-ਸੱਚ ਦੱਸ ਦਿੱਤੇ ਅਤੇ ਕਿਹਾ, ਜੇ ਮੇਰੇ ਤੇ ਭਰੋਸਾ ਕਰੋ ਅਤੇ ਮੈਨੂੰ ਕੋਈ ਨਾਜਾਇਜ਼ ਸਖਤੀ ਕਰਨ ਤੋਂ ਬਿਨਾਂ ਜ਼ਿਲ੍ਹੇ ਦਾ ਪ੍ਰਬੰਧ ਚਲਾਉਣ ਦਿਓ ਤਾਂ ਆਪਣੇ ਜ਼ਿਲ੍ਹੇ ਦੇ ਅਮਨ ਤੇ ਕਾਨੂੰਨ ਦੀ ਜ਼ਿੰਮੇਵਾਰੀ ਮੈਂ ਸ਼ੁੱਧ ਹਿਰਦੇ ਨਾਲ ਸੰਭਾਲਾਂਗਾ, ਨਹੀਂ ਤਾਂ ਮੈਂ ਜਿੱਥੇ ਕਹੋ ਚਲਾ ਜਾਂਦਾ ਹਾਂ ਜਾਂ ਨੌਕਰੀ ਛੱਡ ਦਿੰਦਾ ਹਾਂ। ਮੇਰੀ ਗੱਲ ਸੁਣ ਕੇ ਗਵਰਨਰ ਸਾਹਿਬ ਪਲ ਕੁ ਭਰ ਚੁੱਪ ਰਹੇ ਤੇ ਫਿਰ ਕੁਰਸੀ ਤੋਂ ਉੱਠ ਖੜੇ ਹੋਏ ਤੇ ਮੇਰੇ ਨਾਲ ਹੱਥ ਮਿਲਾ ਕੇ ਕਹਿਣ ਲੱਗੇ, ਜਾਓ ਕਰਨਾਲ ਹੀ ਟਿਕੇ ਰਹੋ, ਮੈਨੂੰ ਤੁਹਾਡੇ ਤੇ ਪੂਰਨ ਭਰੋਸਾ ਹੈ। ਕਰਨਾਲ ਦੇ ਜ਼ਿਲ੍ਹੇ ਵਿੱਚ ਮੇਰੇ ਹੁੰਦਿਆਂ ਨਾ ਤਾਂ ਗੋਲੀ ਚੱਲੀ ਤੇ ਨਾ ਹੀ ਮਾਰ-ਕੁੱਟ ਲੋਕਾਂ ਉੱਤੇ ਹੋਈ। ਗ੍ਰਿਫਤਾਰੀਆਂ ਹੋਈਆਂ, ਪਰ ਜ਼ਿਲ੍ਹੇ ਦੇ ਕਾਂਗਰਸ ਦੇ ਲੀਡਰ ਉਤਨਾ ਚਿਰ ਗ੍ਰਿਫਤਾਰ ਨਾ ਕੀਤੇ ਗਏ ਜਿਤਨਾ ਚਿਰ ਉਹਨਾਂ ਮੈਨੂੰ ਆ ਕੇ ਆਪ ਗ੍ਰਿਫਤਾਰੀ ਲਈ ਨਾ ਕਿਹਾ। ਵਰਦਾ ਆਸ਼ਰਮ ਤੋਂ ਇੱਕ ਦੋ ਆਦਮੀ ਕਰਨਾਲ ਵਿੱਚੋਂ ਫਰੰਟੀਅਰ ਜਾਣ ਲਈ ਲੰਘੇ ਤਾਂ ਮੈਨੂੰ ਮਿਲ ਕੇ ਗਏ ਤੇ ਇੱਕ ਉਹਨਾਂ ਵਿੱਚੋਂ ਮੇਰੇ ਕੋਲੋਂ ਉਧਾਰ ਪੈਸੇ ਵੀ ਲੈ ਗਿਆ, ਪਰ ਕਰਨਾਲ ਵਿੱਚ ਸਾੜ ਫੂਕ ਜਾਂ ਹਿੰਸਕ ਕਾਰਵਾਈ ਕੋਈ ਨਾ ਹੋਈ। ਅੱਜ 20 ਸਾਲ ਪਿੱਛੋਂ ਇਹੋ ਗੱਲਾਂ ਲਿਖਣ ਬੈਠਾ ਹਾਂ ਤਾਂ ਸੋਚਦਾ ਹਾਂ ਕਿ ਕਿਤੇ ਕੋਈ ਦੇਸੀ ਰਾਜਾ ਹੁੰਦਾ ਤਾਂ ਬਿਨਾਂ ਪੁੱਛ ਪੜਤਾਲ, ਬਿਨਾਂ ਧਰਮ ਕਾਨੂੰਨ ਵਿਚਾਰਿਆਂ ਮੈਨੂੰ ਸਣ ਬੱਚਾ ਕਹਾਣੀ ਪੀੜ ਸੁੱਟਣਾ ਸੀ। ਗੁਰੂ ਅਕਾਲ ਪੁਰਖ ਨੇ ਉਹਨਾਂ ਦੇ ਹੱਥ ਰਾਜ ਭਾਗ ਦੇ ਦਿੱਤਾ ਹੈ, ਜਿਨ੍ਹਾਂ ਨੂੰ ਪਤਾ ਹੀ ਨਹੀਂ ਕਿ ਪਰਜਾ ਨਾਲ ਧਰਮਸ਼ੀਲਤਾ ਕਿਵੇਂ ਨਿਭਾਈਦੀ ਹੈ। ਕ੍ਰਿਪਸ ਜਿਹੜੀ ਸਕੀਮ ਲੈ ਕੇ ਆਇਆ ਸੀ, ਉਸ ਬਾਰੇ ਕਾਂਗਰਸ ਨੇ ਮੰਗ ਕੀਤੀ ਕਿ ਹੁਣੇ ਤੇ ਝਟਪਟ ਕੇਂਦਰ ਵਿੱਚ ਹਿੰਦੁਸਤਾਨੀਆਂ ਦੇ ਹੱਥ ਤਾਕਤ ਦੇ ਦਿੱਤੀ ਜਾਵੇ, ਜੋ ਕਿ ਬਿਨਾਂ ਲੰਡਨ ਪਾਰਲੀਮੈਂਟ ਵਿੱਚ ਐਕਟ ਪਾਸ ਹੋਏ ਦੇ ਹੋ ਨਹੀਂ ਸੀ ਸਕਦਾ ਤੇ ਉਸ ਵੇਲੇ ਘੋਰ ਯੁੱਧ ਦਾ ਝਮੇਲਿਆਂ ਵਿੱਚ ਇਹ ਐਕਟ ਪਾਸ ਹੋਣਾ ਅਸੰਭਵ ਸੀ। ਕ੍ਰਿਪਸ ਨੇ ਗਿਲਾ ਕੀਤਾ ਕਿ ਕਾਂਗਰਸ ਸਹਿਯੋਗ ਨਾਲ ਰਾਜ ਭਾਗ ਵਿੱਚ ਹਿੱਸੇਦਾਰ ਬਣਨ ਦੀ ਬਜਾਏ ਅਲਟੀਮੇਟਮ ਦਿੰਦੀ ਹੈ ਤਾਂ ਕਾਂਗਰਸ ਦੇ ਪ੍ਰਧਾਨ ਨਹਿਰੂ ਨੇ ਕਿਹਾ ਕਿ ਕ੍ਰਿਪਸ ਸ਼ੈਤਾਨ ਦਾ ਵਕੀਲ ਬਣ ਬੈਠਾ ਹੈ। ਇਉਂ ਕ੍ਰਿਪਸ ਮਿਸ਼ਨ ਸੰਨ 1942 ਵਿੱਚ ਫੇਲ ਹੋਇਆ ਤੇ ਕਾਂਗਰਸ ਨੇ ਦੇਸ਼ ਛੱਡ ਜਾਓ ਦਾ ਅੰਦੋਲਨ ਅੰਗਰੇਜ਼ਾਂ ਦੇ ਬਰਖਿਲਾਫ ਆਰੰਭ ਦਿੱਤਾ। ਜੇ ਅੰਗਰੇਜ਼ ਝਟਪਟ ਮੁਲਕ ਛੱਡ ਜਾਣ, ਬਿਨਾਂ ਕੋਈ ਰਾਜ-ਕਾਜ ਦਾ ਕੰਮ ਚਲਾਉਣ ਲਈ ਪੱਕਾ ਪ੍ਰਬੰਧ ਕੀਤੇ ਦੇ ਤਾਂ ਦੇਸ਼ ਦੀ ਕੀ ਗਤੀ ਹੋਵੇਗੀ। ਇਸ ਉੱਤੇ ਕੋਈ ਦੀਰਘ ਵਿਚਾਰ ਨਾ ਗਾਂਧੀ ਜੀ ਨੇ ਕੀਤੀ ਅਤੇ ਨਾ ਹੀ ਕਾਂਗਰਸ ਦੇ ਹੋਰ ਆਗੂਆਂ ਨੇ। ਉਸ ਵੇਲੇ ਸੰਨ 1942 ਵਿੱਚ ਜਦੋਂ ਕਿ ਘੋਰ ਵਿਸ਼ਵ ਯੁੱਧ ਮੱਚ ਰਿਹਾ ਸੀ ਤੇ ਜਾਪਾਨੀ ਫੌਜਾਂ ਤੇ ਬੇੜੇ ਹਿੰਦੁਸਤਾਨ ਦੀਆਂ ਸਰਹੱਦਾਂ ਤੇ ਖੜੇ ਸਨ, ਜੇ ਅੰਗਰੇਜ਼ ਗਾਂਧੀ ਜੀ ਤੇ ਕਾਂਗਰਸ ਦੀ ਗੱਲ ਮੰਨ ਕੇ ਦੇਸ਼ ਨੂੰ ਨਿਕਸਮਾ ਛੱਡ ਕੇ ਨਿਕਲ ਜਾਂਦੇ ਤਾਂ ਜੋ ਖੂਨ ਖਰਾਬਾ, ਬਦਅਮਨੀ ਤੇ ਰਾਮ ਰੌਲਾ ਪੈਣਾ ਸੀ, ਉਸ ਦੇ ਸਾਹਮਣੇ ਨਾ ਕੇਵਲ 1947 ਦਾ ਰਕਤ ਸਰਾਵ ਹੀ ਮਾਤ ਪੈ ਜਾਂਦਾ, ਸਗੋਂ ਹਿੰਦੁਸਤਾਨ ਵਿੱਚ ਮੁੜ ਕੋਈ ਸਥਿਰ ਸਰਕਾਰ ਤੇ ਅਮਨ ਕਾਇਮ ਹੋਣ ਵਿੱਚ ਕਈ ਦਹਾਕੇ ਲੱਗ ਜਾਣੇ ਸੀ। ਸਵੈਰਾਜ ਜਾਂ ਸੁਤੰਤਰਤਾ ਦਾ ਕੀ ਅਸਰ ਹੁੰਦਾ, ਇਹ ਹੁਣ ਵਿਚਾਰ ਕਰਨਾ ਹੀ ਦੁਖਦਾਈ ਹੈ। ਅਗਸਤ 1942 ਤੋਂ ਲੈ ਕੇ ਇਸ ਸਾਲ ਦੇ ਅਖੀਰ ਤੱਕ ਮੁਲਕ ਵਿੱਚ ਦੇਸ਼ ਛੋੜ ਜਾਓ ਦਾ ਅੰਦੋਲਨ ਘੋਰ ਰੂਪ ਵਿੱਚ ਚੱਲਦਾ ਰਿਹਾ, ਪਰ ਸੰਨ 1943 ਦੇ ਆਰੰਭ ਵਿੱਚ ਯੁੱਧ ਦਾ ਝੁਕਾਅ, ਜਿਹੜਾ ਕਿ ਅੱਜ ਤੱਕ ਅੰਗਰੇਜ਼ਾਂ ਦੇ ਬਰਖਿਲਾਫ ਜਾ ਰਿਹਾ ਸੀ, ਉਹਨਾਂ ਦੇ ਹੱਕ ਵਿੱਚ ਪਲਟ ਗਿਆ। ਇਸ ਵੇਲੇ ਤੱਕ ਕਾਂਗਰਸ ਦੇ ਅੰਗਰੇਜ਼ਾਂ ਵਿਰੁੱਧ ਅੰਦੋਲਨ ਦਾ ਲੱਕ ਵੀ ਟੁੱਟ ਚੁੱਕਾ ਸੀ। ਇਉਂ ਅੰਗਰੇਜ਼ੀ ਸਰਕਾਰ ਬਾਹਰੋਂ ਅੰਦਰੋਂ ਦੋਹਾਂ ਪਾਸਿਆਂ ਤੋਂ ਸੁਰੱਖਿਅਤ ਹੋ ਗਈ ਸੀ। ਸੰਨ 1944 ਦੇ ਆਰੰਭ ਵਿੱਚ ਜਨਵਰੀ ਵਿੱਚ ਮਹਾਤਮਾ ਗਾਂਧੀ ਨੇ ਵਾਇਸਰਾਏ ਹਿੰਦ ਲਾਰਡ ਵੇਵਲ ਨੂੰ ਜੇਲ੍ਹ ਵਿੱਚੋਂ ਇੱਕ ਚਿੱਠੀ ਲਿਖੀ, ਜਿਸ ਵਿੱਚ ਸੰਨ 1942 ਵਾਲਾ ਜੋਸ਼ ਤੇ ਕਰੋ ਜਾਂ ਮਰੋ ਦੀ ਸਪਿਰਿਟ ਦਾ ਤਿਆਗ ਸੀ ਤੇ ਹਲੀਮੀ ਤੇ ਨਰਮੀ ਦੇ ਲਹਿਜੇ ਵਿੱਚ ਕਿਹਾ ਗਿਆ ਸੀ ਕਿ ਦੇਸ਼ ਛੋੜ ਜਾਓ ਦਾ ਭਾਵ ਇਹ ਨਹੀਂ ਸੀ ਕਿ ਮੁਲਕੋਂ ਨਿਕਲ ਜਾਓ। ਇਹ ਨਾਰਾ ਤਾਂ ਐਵੇਂ ਸੁਤੰਤਰਤਾ ਪ੍ਰਾਪਤੀ ਲਈ ਬਿਹਬਲਤਾ ਦਾ ਸੂਚਕ ਸੀ। ਇਉਂ ਕਾਂਗਰਸ ਤੇ ਅੰਗਰੇਜ਼ੀ ਸਰਕਾਰ ਦੇ ਦੁਬਾਰਾ ਸਹਿਯੋਗ ਦੀ ਨੀਂਹ ਬੱਝੀ। ਇੱਥੇ ਸਿੱਖਾਂ ਦੇ ਪ੍ਰਮੁੱਖ ਨੇਤਾ ਅਕਾਲੀ ਲੀਡਰ ਮਾਸਟਰ ਤਾਰਾ ਸਿੰਘ ਦੇ ਸੰਨ 1942 ਵਿੱਚ ਧਾਰਨ ਕੀਤੇ ਰਵੱਈਏ ਦਾ ਵਰਣਨ ਕਮਿਊਨਲ ਅਵਾਰਡ ਦੀ ਇਸ ਕਹਾਣੀ ਦੇ ਮੁਕੰਮਲ ਕਰਨ ਹਿੱਤ ਬੜਾ ਜ਼ਰੂਰੀ ਹੈ।
ਜਦੋਂ ਕਾਂਗਰਸ ਤੇ ਗਾਂਧੀ ਜੀ ਨੇ ਅੰਗਰੇਜ਼ਾਂ ਨੂੰ ਆਤੁਰ ਕਰਨ ਦਾ ਅੰਦੋਲਨ ਜਾਰੀ ਕੀਤਾ ਤਾਂ ਦੇਸ਼ ਦੀਆਂ ਉਹ ਜਾਤੀਆਂ ਜਿਨ੍ਹਾਂ ਵਿੱਚੋਂ ਹਿੰਦੁਸਤਾਨੀ ਫੌਜ ਲਈ ਸਿਪਾਹੀ ਬਹੁਤ ਕਰਕੇ ਪਰੰਪਰਾ ਤੋਂ ਭਰਤੀ ਹੁੰਦੇ ਤੇ ਕੀਤੇ ਜਾਂਦੇ ਹਨ, ਉਹਨਾਂ ਵਿੱਚ ਸਿੱਖਾਂ ਨੂੰ ਛੱਡ ਕੇ ਕਾਂਗਰਸ ਦਾ ਰਸੂਖ ਤੇ ਪ੍ਰਭਾਵ ਬਹੁਤ ਘੱਟ ਸੀ। ਰਾਜਪੂਤ, ਜਾਟ, ਗੋਰਖੇ, ਮੁਸਲਮਾਨ ਤੇ ਮਰਾਠੇ ਸਾਰੇ ਕਾਂਗਰਸ ਦੇ ਉਦੇਸ਼ ਤੇ ਅੰਦੋਲਨ ਦੇ ਬਾਵਜੂਦ ਫੌਜ ਵਿੱਚ ਵੱਡੀ ਗਿਣਤੀ ਵਿੱਚ ਭਰਤੀ ਹੋ ਰਹੇ ਸਨ। ਪੰਜਾਬ ਦੇ ਮੁਸਲਮਾਨ ਤੇ ਫਰੰਟੀਅਰ ਦੇ ਪਠਾਨ ਖਾਸ ਕਰਕੇ ਮੁਸਲਿਮ ਲੀਗ ਦੇ ਹੁਕਮਾਂ ਤੇ ਪਾਲਿਸੀ ਨੂੰ ਅਮੰਨਾ ਕਰਕੇ ਫੌਜ ਵਿੱਚ ਦਬਾ-ਦਬ ਭਰਤੀ ਹੋ ਰਹੇ ਸਨ। ਇਹਨਾਂ ਜਾਤੀਆਂ ਦਾ ਰਾਜਸੀ ਤੇ ਨਸਲੀ ਰੁਝਾਨ ਕੁਝ ਅਜਿਹਾ ਸੀ ਕਿ ਜੋ ਲਾਲ ਕੁੜਤੀਆਂ ਦੇ ਲੀਡਰ ਤੇ ਪੰਜਾਬ ਵਿੱਚ ਮੁਸਲਿਮ ਤਰਰੇਬਾਜ਼ ਯੂਨੀਅਨਿਸਟ ਲੀਡਰ ਉਹਨਾਂ ਨੂੰ ਰੋਕਦੇ ਵੀ ਤਾਂ ਵੀ ਉਹਨਾਂ ਨੇ ਗੱਜ ਵੱਜ ਕੇ ਫੌਜ ਵਿੱਚ ਭਰਤੀ ਹੋਈ ਜਾਣਾ ਸੀ। ਹਾਂ, ਜੇ ਉਸ ਵੇਲੇ ਅਕਾਲੀ ਸਿੱਖ ਲੀਡਰ ਸਿੱਖਾਂ ਵਿੱਚ ਫੌਜੀ ਭਰਤੀ ਦੇ ਬਰਖਿਲਾਫ ਪ੍ਰਚਾਰ ਕਰਦੇ ਤਾਂ ਇਸ ਦਾ ਬੜੀ ਭਾਰੀ ਅਸਰ ਪੈਣਾ ਸੀ। ਇਉਂ ਹਿੰਦੁਸਤਾਨੀ ਫੌਜ ਵਿੱਚ ਮੁਸਲਮਾਨਾਂ ਦੀ, ਉੱਤਰ ਪੱਛਮੀ ਹਿੰਦੁਸਤਾਨ ਦੇ ਮੁਸਲਮਾਨਾਂ ਦੀ, ਪਾਕਿਸਤਾਨੀ ਪ੍ਰਾਂਤਾਂ ਦੇ ਮੁਸਲਮਾਨਾਂ ਦੀ ਗਿਣਤੀ ਬਹੁਤ ਵੱਧ ਜਾਣੀ ਸੀ। ਉਸ ਵੇਲੇ ਜੇ ਅੰਗਰੇਜ਼ ਗਾਂਧੀ ਜੀ ਨੂੰ ਖੁਸ਼ ਕਰਨ ਲਈ ਤੇ ਕਾਂਗਰਸ ਨੂੰ ਪ੍ਰਸੰਨ ਕਰਨ ਲਈ ਮੁਲਕ ਨੂੰ ਛੱਡ ਕੇ ਚਲੇ ਜਾਂਦੇ ਜਾਂ ਵਿਸ਼ਵ ਯੁੱਧ ਦਾ ਪਾਸਾ ਐਸਾ ਪਲਟਦਾ ਕਿ ਅੰਗਰੇਜ਼ਾਂ ਨੂੰ ਹਿੰਦੁਸਤਾਨ ਵਿੱਚੋਂ ਨੱਸਣਾ ਪੈਂਦਾ ਤਾਂ ਨਾ ਕੇਵਲ ਪੰਜਾਬ ਤੇ ਪਾਕਿਸਤਾਨੀ ਪ੍ਰਾਂਤਾਂ ਦੀ ਸਗੋਂ ਸਾਰੇ ਹਿੰਦੁਸਤਾਨ ਅਤੇ ਸਾਰੀ ਹਿੰਦੂ ਜਾਤੀ ਦੀ ਕਿਸਮਤ ਇਹਨਾਂ ਹਥਿਆਰਬੰਦ ਨਵੀਨ ਹਥਿਆਰਾਂ ਦੀ ਵਰਤੋਂ ਤੇ ਲੜਾਈ ਦੇ ਢੰਗਾਂ ਵਿੱਚ ਨਿਪੁੰਨ ਮੁਸਲਮਾਨ ਫੌਜੀਆਂ ਦੇ ਹੱਥ ਆ ਜਾਣੀ ਸੀ, ਜਿਸ ਦਾ ਸਿੱਟਾ ਕਿ ਨਿਰਸੰਦੇਹ ਇਹ ਨਿਕਲਦਾ ਕਿ ਪਿਸ਼ਾਵਰ ਤੋਂ ਲੈ ਕੇ ਕੰਨਿਆ ਕੁਮਾਰੀ ਤੱਕ ਨਾ ਹਿੰਦੂ ਧਨ ਸਥਾਵਰ ਤੇ ਨਾ ਹਿੰਦੂ ਪਤ ਪ੍ਰਤਿਸ਼ਠਾ ਬਚ ਸਕਦੀ। ਪੂਰਨ ਸਵਰਾਜ, ਸਰਵਸਤਾ ਸੰਪੰਨ ਗਣਤੰਤਰ ਰਾਜ ਅਤੇ ਸ਼ਕਤੀਸ਼ਾਲੀ ਸੈਕੂਲਰ ਕੇਂਦਰ ਦੀ ਤਾਂ ਗੱਲ ਹੀ ਜਾਣ ਦਿਓ। ਇਸ ਸਮੇਂ ਸਿੱਖ ਲੀਡਰਾਂ ਨੇ, ਜਿਨ੍ਹਾਂ ਦੇ ਸਲਾਹਕਾਰ ਸਰ ਜੋਗਿੰਦਰਾ ਸਿੰਘ ਸਨ ਅਤੇ ਜਿਨ੍ਹਾਂ ਦੇ ਮੁਖੀ ਲੀਡਰ ਮਾਸਟਰ ਤਾਰਾ ਸਿੰਘ ਸਨ, ਨੇ ਬੜੀ ਦੀਰਘ ਦ੍ਰਿਸ਼ਟੀ ਤੇ ਹੌਸਲੇ ਤੋਂ ਕੰਮ ਲਿਆ। ਭਾਵੇਂ ਮੁਲਕ ਦੀਆਂ ਲੋਕਪ੍ਰਿਯ ਅਖਬਾਰਾਂ ਤੇ ਆਮ ਕਾਂਗਰਸ ਹਿੰਦੂ ਜਜ਼ਬਾ ਇਸ ਕਦਮ ਨੂੰ ਅਤੀ ਨਿੰਦਨੀय ਗਿਣਦਾ ਸੀ, ਪਰ ਸਿੱਖ ਲੀਡਰਾਂ ਨੇ ਇਸ ਜਨਤਕ ਵਾਹ-ਵਾਹ ਦਾ ਲਾਲਚ ਛੱਡ ਕੇ ਉਸਤਤ ਨਿੰਦਾ ਦੋਹਾਂ ਦਾ ਤਿਆਗ ਕਰਕੇ ਇਹ ਨਿਸ਼ਚਿਤ ਕੀਤਾ ਕਿ ਫੌਜ ਵਿੱਚ ਸਿੱਖ ਵੱਧ ਤੋਂ ਵੱਧ ਭਰਤੀ ਹੋਣ। ਇਸ ਸੁਨੀਤੀ ਦੇ ਸਿੱਟੇ ਤਿੰਨ ਨਿਕਲੇ। ਪਹਿਲਾ, ਹਥਿਆਰਬੰਦ ਮੁਸਲਮਾਨ ਫੌਜੀਆਂ ਦਾ ਅੰਗੂਠਾ ਹਿੰਦੂਆਂ ਤੇ ਕਾਂਗਰਸ ਦੀ ਸੰਗੀ ਤੋਂ ਢਿੱਲਾ ਪੈ ਗਿਆ। ਦੂਜਾ, ਉੱਤਰ ਪੱਛਮੀ ਹਿੰਦੁਸਤਾਨ ਵਿੱਚ ਫੌਜ ਗਰਦੀ ਰਾਹੀਂ ਪਾਕਿਸਤਾਨ ਕਾਇਮ ਕਰਨ ਦੀ ਸੰਭਾਵਨਾ ਦਾ ਨਿਰੋਧ ਹੋ ਗਿਆ। ਅਤੇ ਤੀਜਾ, ਸੰਨ 1857 ਦੇ ਗਦਰ ਤੋਂ ਪਿੱਛੋਂ ਪਹਿਲੀ ਵਾਰ ਅੰਗਰੇਜ਼ਾਂ ਦੇ ਮਨ ਵਿੱਚ ਮੁੜ ਇਹ ਵਿਸ਼ਵਾਸ ਉਪਜਿਆ ਕਿ ਹਿੰਦੁਸਤਾਨ ਵਿੱਚ ਸਿੱਖਾਂ ਦੀ ਗੌਰਵਤਾ ਨੂੰ ਸਿਰਾਂ ਦੀ ਗਿਣਤੀ ਦੁਆਰਾ ਸੀਮਿਤ ਕਰਨ ਦਾ ਅਸੂਲ ਨਾ ਕੇਵਲ ਸਿੱਖਾਂ ਨਾਲ ਧੱਕਾ ਹੈ, ਸਗੋਂ ਦੀਰਘ ਦ੍ਰਿਸ਼ਟੀ ਨਾਲ ਵਿਚਾਰੀਏ ਸਾਰੇ ਹਿੰਦੁਸਤਾਨ ਨਾਲ ਅਨਿਆਂ ਕਰਨਾ ਹੈ। ਅਗਲੀ ਸਾਖੀ ਵਿੱਚ ਹੁਣੇ ਖੁੱਲੇਗਾ ਕਿ ਕਿਵੇਂ ਪਹਿਲੇ ਦੋ ਲਾਭ ਤਾਂ ਬੁੱਧੀਵਾਨਾਂ ਨੇ ਪ੍ਰਾਪਤ ਕਰ ਲਏ ਅਤੇ ਸਾਰੇ ਦੇਸ਼ ਨੂੰ ਇਹਨਾਂ ਦਾ ਭਾਰੀ ਫਾਇਦਾ ਪੁੱਜਾ, ਪਰ ਤੀਜਾ ਲਾਭ ਜਿਸ ਨੂੰ ਵਰਤ ਕੇ ਸਿੱਖ ਆਪਣੇ ਬਚਾਅ ਲਈ ਕੁਝ ਗੌਰਵ ਪ੍ਰਾਪਤ ਕਰ ਸਕਦੇ ਸਨ, ਉਹਨਾਂ ਨੂੰ ਸਿੱਖਾਂ ਨੇ ਜਾਣ ਬੁੱਝ ਕੇ ਇਉਂ ਠੁਕਰਾ ਦਿੱਤਾ ਜਿਵੇਂ ਸਮੁੰਦਰ ਮੰਥਨ ਪਿੱਛੋਂ ਮੋਣੀ ਦੇ ਨਖਰਿਆਂ ਵਿੱਚ ਆ ਕੇ ਦੈਂਤਾਂ ਨੇ ਸੁਰਾ ਛਕ ਲਈ ਸੀ ਤੇ ਅੰਮ੍ਰਿਤ ਨਹੀਂ ਸੀ ਛਕ ਸਕੇ। ਵਰਤਮਾਨ ਮਨਵੰਤਰ ਵਿੱਚ ਦੈਂਤਾਂ ਦੀ ਪ੍ਰਾਧੀਨਤਾ ਅਤੇ ਸੁਰਾਂ ਦੇ ਵਿਜয়ੀ ਹੋਣ ਦਾ ਮੂਲ ਕਾਰਨ ਦੈਂਤਾਂ ਵਿੱਚ ਇਹ ਅਣਗਹਿਲੀ ਹੀ ਹੈ। ਦੈਂਤਾਂ ਦਾ ਅਸੂਰੀ ਸੁਭਾਅ ਨਹੀਂ ਹੈ। ਉਂਝ ਸਿੱਖ ਸੁਭਾਵਕ ਸੁਰਾਵਿਰਤੀ ਹਨ, ਕਿਉਂ ਜੋ ਪ੍ਰਾਣੀ ਮਾਤਰ ਦੀ ਸੇਵਾ ਤੇ ਵਿਭਿੰਨ ਜਾਤੀਆਂ ਵਿੱਚ ਸਹਿਯੋਗ ਕਰਵਾਉਣ ਦੇ ਯਤਨ ਹੀ ਉਹਨਾਂ ਦੇ ਗੁਰੂਆਂ ਦੇ ਦਰਸਾਏ ਹੋਏ ਮੁੱਖ ਆਦੇਸ਼ ਹਨ। ਸੰਨ 1943 ਵਿੱਚ ਜੇ ਅੰਗਰੇਜ਼ ਹਾਕਮ ਬਦਲਾ ਲੈਣ ਦੀ ਮਨੋਵਿਰਤੀ ਵਿੱਚ ਹੁੰਦੇ ਤਾਂ ਦੇਸ਼ ਦੇ ਉਹਨਾਂ ਅੰਗਾਂ ਨੂੰ ਜਿਨ੍ਹਾਂ ਨੇ ਕਿ ਦੇਸ਼ ਛੋੜ ਜਾਓ ਦਾ ਅੰਦੋਲਨ ਚਾਲੂ ਕੀਤਾ ਸੀ, ਇਉਂ ਕੁਚਲ ਕੇ ਰੱਖ ਦਿੰਦੇ ਜਿਵੇਂ ਸੰਨ 1857 ਤੋਂ ਪਿੱਛੋਂ ਪੂਰਬੀਆਂ ਨੂੰ ਘਸਿਆਰੇ ਬਣਾ ਦਿੱਤਾ ਗਿਆ ਸੀ। ਪਰ ਜਿਸ ਸਮੇਂ ਮਹਾਤਮਾ ਗਾਂਧੀ ਨੇ ਲਾਰਡ ਵੇਵਲ ਨੂੰ ਜੇਲ੍ਹ ਵਿੱਚੋਂ ਚਿੱਠੀ ਲਿਖੀ ਸੀ, ਉਸ ਤੋਂ ਕੁਝ ਦਿਨ ਪਹਿਲਾਂ ਹੀ ਲਾਰਡ ਵੇਵਲ ਨੇ
ਸੈਂਟਰਲ ਅਸੈਂਬਲੀ ਵਿੱਚ ਹਿੰਦੁਸਤਾਨ ਦੇ ਰਾਜਸੀ ਤੇ ਵਿਧਾਨਕ ਭਵਿੱਖ ਬਾਰੇ ਇੱਕ ਭਾਸ਼ਣ ਦਿੱਤਾ ਸੀ, ਜਿਸ ਦੀ ਨਕਲ ਕੀ ਉਸਨੇ ਮਹਾਤਮਾ ਗਾਂਧੀ ਨੂੰ ਭੇਜ ਦਿੱਤੀ। ਉਸ ਭਾਸ਼ਣ ਵਿੱਚ ਲਾਰਡ ਵੇਵਲ ਨੇ ਕਿਹਾ ਸੀ, ਭਾਵੇਂ ਇਸ ਵੇਲੇ ਅੰਗਰੇਜ਼ਾਂ ਦਾ ਮੁੱਖ ਮੰਤਵ ਜੰਗ ਨੂੰ ਜਿੱਤਣਾ ਹੈ, ਪਰ ਅਸੀਂ ਆਉਣ ਵਾਲੇ ਦਿਨਾਂ ਲਈ ਵੀ ਬਰਾਬਰ ਤਿਆਰੀ ਕਰ ਰਹੇ ਹਾਂ। ਅੰਗਰੇਜ਼ ਜਾਤੀ ਤੇ ਬ੍ਰਿਟਿਸ਼ ਸਰਕਾਰ ਸੰਯੁਕਤ, ਖੁਸ਼ਹਾਲ ਤੇ ਸੁਤੰਤਰ ਹਿੰਦੁਸਤਾਨ ਨੂੰ ਦੇਖਣ ਦੀ ਪੁੱਜ ਕੇ ਇੱਛਾਵਾਨ ਹੈ। ਹਿੰਦੁਸਤਾਨ ਦਾ ਵੰਡਾਰਾ ਕਦਾਚਿਤ ਯੋਗ ਨਹੀਂ, ਕਿਉਂ ਜੋ ਕੁਦਰਤ ਨੇ ਭੂਗੋਲਕ ਤੌਰ ਤੇ ਹਿੰਦੁਸਤਾਨ ਨੂੰ ਅਖੰਡ ਬਣਾਇਆ ਹੈ। ਜਿਸ ਵੇਲੇ ਵੀ ਹਿੰਦੁਸਤਾਨੀ ਮਿਲ ਕੇ ਆਪਣਾ ਮਨ ਭਾਉਂਦਾ ਵਿਧਾਨ ਬਣਾ ਲੈਣ, ਅਸੀਂ ਦੇਸ਼ ਦਾ ਸਾਰਾ ਰਾਜ ਭਾਗ ਉਹਨਾਂ ਨੂੰ ਫੌਰਨ ਸੌਂਪਣ ਨੂੰ ਤਿਆਰ ਹਾਂ। ਜਿਨ੍ਹਾਂ ਨੇ ਸੰਨ 1942 ਦੀ ਸਾੜ ਫੂਕ ਦੀ ਮੁਹਿੰਮ ਚਲਾਈ ਸੀ, ਅਸੀਂ ਉਹਨਾਂ ਨੂੰ ਜੇਲ੍ਹਾਂ ਚੋਂ ਕੱਟਣ ਲਈ ਤਿਆਰ ਹਾਂ, ਜੇ ਉਹ ਭਰੋਸਾ ਦਿਵਾਉਣ ਕਿ ਫੇਰ ਅਜਿਹਾ ਖੋਰੂ ਨਹੀਂ ਪਾਣਗੇ। ਅਸੀਂ ਮੰਨਦੇ ਹਾਂ ਕਿ ਕਾਂਗਰਸੀਆਂ ਦੀ ਚੇਸ਼ਟਾ ਉੱਚੀ ਹੈ ਤੇ ਉਹ ਬੜੇ ਦੇਸ਼ ਭਗਤ ਹਨ ਆਦਿ। ਕੁਝ ਚਿਰ ਪਿੱਛੋਂ ਸੈਕਟਰੀ ਆਫ ਸਟੇਟ ਨੇ ਲੰਡਨ ਤੋਂ ਐਲਾਨ ਕੀਤਾ ਕਿ ਸਰ ਸਟੈਫਰਡ ਕ੍ਰਿਪਸ ਜਿਹੜੀਆਂ ਤਜਵੀਜ਼ਾਂ ਲੈ ਕੇ ਹਿੰਦੁਸਤਾਨ ਗਏ ਸਨ, ਉਹ ਬਦਸਤੂਰ ਖੁੱਲੀਆਂ ਹਨ ਅਤੇ ਹਿੰਦੁਸਤਾਨੀ ਤੇ ਕਾਂਗਰਸੀ ਨੇਤਾ ਜਦ ਚਾਹੁਣ ਉਹਨਾਂ ਤੇ ਵਿਚਾਰ ਵਟਾਂਦਰਾ ਆਰੰਭ ਲੈਣ। ਇਸ ਸਮੇਂ ਗਾਂਧੀ ਜੀ ਨੂੰ ਜੇਲ੍ਹ ਵਿੱਚ ਬਿਮਾਰ ਹੋ ਜਾਣ ਕਾਰਨ ਛੱਡ ਦਿੱਤਾ ਗਿਆ। ਜਨਵਰੀ ਸੰਨ 1944 ਵਿੱਚ ਰਾਜ ਗੋਪਾਲਾਚਾਰੀ ਨੇ ਇੱਕ ਫਾਰਮੂਲਾ ਗਾਂਧੀ ਜੀ ਕੋਲੋਂ ਮਨਜ਼ੂਰ ਕਰਵਾ ਲਿਆ, ਜਿਸ ਵਿੱਚ ਪਾਕਿਸਤਾਨ ਦਾ ਅਸੂਲ ਮੰਨ ਲਿਆ ਗਿਆ ਸੀ। ਗਾਂਧੀ ਜੀ ਨੇ ਜਿਨਾਹ ਨਾਲ ਸਿੱਧਾ ਚਿੱਠੀ ਪੱਤਰ ਆਰੰਭ ਦਿੱਤਾ, ਪਰ ਕੋਈ ਫੈਸਲਾ ਹਿੰਦੂਆਂ ਤੇ ਮੁਸਲਮਾਨਾਂ ਦੇ ਝਗੜੇ ਦਾ ਨਾ ਹੋ ਸਕਿਆ। ਰਾਜ ਗੋਪਾਲਾਚਾਰੀ ਦੇ ਫਾਰਮੂਲੇ ਵਿੱਚ ਬੰਗਾਲ, ਪੰਜਾਬ ਆਦਿ ਦੇ ਕੇਵਲ ਉਹ ਭਾਗ ਹੀ ਪਾਕਿਸਤਾਨ ਵਿੱਚ ਜਾ ਸਕਦੇ ਸਨ ਜਿਨ੍ਹਾਂ ਦੀ ਬਹੁਗਿਣਤੀ ਪਾਕਿਸਤਾਨ ਦੇ ਹੱਕ ਵਿੱਚ ਵੋਟ ਪਾਵੇ, ਅਤੇ ਮਿਸਟਰ ਜਿਨਾਹ ਦਾ ਗਿਲਾ ਸੀ ਕਿ ਇਹ ਤਾਂ ਕੀੜੀਆਂ ਖਾਧਾ ਪਾਕਿਸਤਾਨ ਹੈ। ਦੂਜੀ ਮੱਦ ਰਾਜਾ ਜੀ ਦੇ ਫਾਰਮੂਲੇ ਵਿੱਚ ਇਹ ਸੀ ਕਿ ਜੇ ਪਾਕਿਸਤਾਨ ਬਣ ਜਾਵੇ ਤਾਂ ਹਿੰਦੁਸਤਾਨ ਤੇ ਪਾਕਿਸਤਾਨ ਦੀ ਤਜਾਰਤ, ਯਾਤਾਯਾਤ ਅਤੇ ਸਾਂਝੀ ਸੈਨਿਕ ਸੁਰੱਖਿਆ ਬਾਰੇ ਸਮਝੌਤਾ ਹੋਣਾ ਲੋੜੀਏ। ਇਹ ਗੱਲ ਮਿਸਟਰ ਜਿਨਾਹ ਦੇ ਵਿਚਾਰ ਵਿੱਚ ਮੁਸਲਮਾਨਾਂ ਉੱਤੇ ਠੋਸੀ ਨਹੀਂ ਜਾਣੀ ਚਾਹੀਦੀ ਸੀ, ਕਿਉਂ ਜੋ ਮੁਸਲਮਾਨ ਵੱਖਰੀ ਕੌਮ ਹਨ। ਅੰਤ ਨੂੰ ਸੰਨ 1947 ਵਿੱਚ ਪਾਕਿਸਤਾਨ ਰਾਜਾ ਜੀ ਦੇ ਫਾਰਮੂਲੇ ਦੀ ਪਹਿਲੀ ਮੱਦ ਦੇ ਆਧਾਰ ਤੇ ਹੀ ਬਣਿਆ ਅਤੇ ਦੂਜੀ ਮੱਦ ਮੁਸਲਿਮ ਲੀਗ ਨੇ ਤਾਂ ਸਵੀਕਾਰ ਕਰ ਲਈ ਸੀ, ਪਰ ਪੰਡਿਤ ਨਹਿਰੂ ਜੀ ਦੇ ਕਲਕੱਤੇ ਵਿੱਚ ਇੱਕ ਪ੍ਰੈਸ ਕਾਨਫਰੰਸ ਵਿੱਚ ਕਹੇ ਹੋਏ ਕੁਝ ਅਯੋਗ ਬਚਨਾਂ ਨੇ ਮੁਸਲਮਾਨਾਂ ਨੂੰ ਅਜਿਹਾ ਭੈ-ਭੀਤ ਕੀਤਾ ਤੇ ਭੜਕਾਇਆ ਕਿ ਪਾਕਿਸਤਾਨ ਤੇ ਹਿੰਦੁਸਤਾਨ ਨਾ ਕੇਵਲ ਦੋ ਵੱਖਰੇ ਦੇਸ਼ ਪਰ ਇੱਕ ਦੂਜੇ ਦੇ ਵਿਰੋਧੀ ਦੇਸ਼ ਬਣ ਗਏ। ਇਹ ਵਿਸਤਾਰ ਅੱਗੇ ਆਵੇਗਾ। ਸੰਨ 1945 ਦੇ ਆਰੰਭ ਵਿੱਚ ਇਹ ਦੇਖ ਕੇ ਕਿ ਹਿੰਦੁਸਤਾਨ ਦੇ ਲੀਡਰ ਕਿਸੇ ਆਪਸੀ ਸਮਝੌਤੇ ਉੱਤੇ ਪੁੱਜਣੋਂ ਅਸਮਰਥ ਹਨ, ਵਾਇਸਰਾਏ ਲਾਰਡ ਵੇਵਲ ਲੰਡਨ ਗਿਆ ਅਤੇ ਉੱਥੇ ਬਰਤਾਨਵੀ ਸਰਕਾਰ ਨਾਲ ਸਲਾਹ ਮਸ਼ਵਰਾ ਕਰਕੇ ਇੱਕ ਸਕੀਮ ਨਾਲ ਲਿਆਇਆ, ਜਿਸ ਦਾ ਮੰਤਵ ਹਿੰਦੂ ਮੁਸਲਿਮ ਬਰਾਬਰੀ ਦੇ ਆਧਾਰ ਤੇ ਵਾਇਸਰਾਏ ਦੀ ਐਗਜ਼ੈਕਟਿਵ ਕੌਂਸਲ ਬਣਾਉਣਾ ਸੀ, ਜਿਸ ਦੇ ਹੱਥ ਕੀ ਯੁੱਧ ਦਾ ਮਹਿਕਮਾ ਆਪ ਰੱਖ ਕੇ ਬਾਕੀ ਸਾਰੇ ਅਖਤਿਆਰ ਸੌਂਪ ਦਿੱਤੇ ਜਾਣ। ਇਸ ਫੈਸਲੇ ਅਨੁਸਾਰ ਕਾਂਗਰਸ ਦੇ ਬਾਕੀ ਲੀਡਰ ਵੀ ਜੇਲ੍ਹਾਂ ਵਿੱਚੋਂ ਛੱਡ ਦਿੱਤੇ ਗਏ ਅਤੇ 25 ਜੂਨ 1945 ਨੂੰ ਸ਼ਿਮਲੇ ਵਿੱਚ ਕਾਨਫਰੰਸ ਦਾ ਆਰੰਭ ਹੋਇਆ। ਇਸ ਕਾਨਫਰੰਸ ਵਿੱਚ ਮਿਸਟਰ ਜਿਨਾਹ ਨੇ ਪੱਕੀ ਮੰਗ ਇਹੋ ਕੀਤੀ ਕਿ ਵਾਇਸਰਾਏ ਦੀ ਨਵੀਂ ਬਣਨ ਵਾਲੀ ਐਗਜ਼ੈਕਟਿਵ ਕੌਂਸਲ ਵਿੱਚ ਸਾਰੇ ਦੇ ਸਾਰੇ ਮੁਸਲਮਾਨ ਮੈਂਬਰ ਮੁਸਲਿਮ ਲੀਗ ਦੇ ਭੇਜੇ ਹੋਏ ਲਏ ਜਾਣ। ਇਹ ਗੱਲ ਕਾਂਗਰਸ ਨੇ ਨਾ ਮੰਨੀ, ਕਿਉਂ ਜੋ ਜਿਹੜੇ ਮੁਸਲਮਾਨ ਕਾਂਗਰਸ ਦੇ ਨਾਲ ਸਨ ਉਹਨਾਂ ਦਾ ਤਿਰਸਕਾਰ ਤੇ ਰਾਜਸੀ ਅਭਾਵ ਹੁੰਦਾ ਸੀ। ਇਸ ਕਾਰਨ ਇਸ ਸ਼ਿਮਲੇ ਵਾਲੀ ਕਾਨਫਰੰਸ ਦਾ ਕੋਈ ਸਿੱਟਾ ਨਾ ਨਿਕਲਿਆ। ਸ਼ਿਮਲੇ ਦੀ ਇਸ ਕਾਨਫਰੰਸ ਦੇ ਫੇਲ ਹੋਣ ਪਿੱਛੋਂ ਝਟਪਟ ਵਲੈਤ ਵਿੱਚ ਰਾਜਸੀ ਵਾਤਾਵਰਨ ਬਦਲ ਗਿਆ। ਲੰਡਨ ਦੀ ਪਾਰਲੀਮੈਂਟ ਦੇ ਜਿਹੜੇ ਨਵੇਂ ਚੁਣਾਵ ਹੋਏ ਉਹਨਾਂ ਵਿੱਚ ਲੇਬਰ ਪਾਰਟੀ ਸਿਰ ਕੱਢਵੀਂ ਕਾਮਯਾਬ ਹੋਈ। 6 ਅਗਸਤ 1945 ਨੂੰ ਹੀਰੋਸ਼ੀਮਾ ਉੱਤੇ ਐਟਮ ਬੰਬ ਸੁੱਟਿਆ ਗਿਆ, ਜਿਸ ਨਾਲ ਜਾਪਾਨ ਨੇ ਹਥਿਆਰ ਸੁੱਟ ਦਿੱਤੇ। 21 ਅਗਸਤ 1945 ਨੂੰ ਵਾਇਸਰਾਏ ਨੇ ਐਲਾਨ ਕੀਤਾ ਕਿ ਸੂਬਕ ਤੇ ਸੈਂਟਰਲ ਅਸੈਂਬਲੀਆਂ ਦੇ ਚੁਣਾਵ ਪੋ ਮਾਘ ਵਿੱਚ ਕੀਤੇ ਜਾਣਗੇ। ਇਹਨਾਂ ਚੋਣਾਂ ਵਿੱਚ
ਮੁਸਲਿਮ ਲੀਗ ਦੀ ਬੜੀ ਭਾਰੀ ਵਿਜੇ ਹੋਈ। ਸੈਂਟਰਲ ਅਸੈਂਬਲੀ ਵਿੱਚ ਸਾਰੀਆਂ ਮੁਸਲਿਮ ਸੀਟਾਂ ਲੀਗ ਨੇ ਜਿੱਤ ਲਈਆਂ। 102 ਸੀਟਾਂ ਤੇ ਚੁਣਾਵ ਲੜੇ ਗਏ ਸੀ, ਜਿਨ੍ਹਾਂ ਵਿੱਚੋਂ 57 ਕਾਂਗਰਸ, 30 ਮੁਸਲਿਮ ਲੀਗ, 5 ਆਜ਼ਾਦ ਤੇ 2 ਅਕਾਲੀਆਂ ਦੇ ਪੇਟੇ ਪਈਆਂ। 11 ਜਨਵਰੀ ਸੰਨ 1946 ਨੂੰ ਮੁਸਲਿਮ ਲੀਗ ਨੇ ਵਿਜੇ ਉਤਸਵ ਦੇਸ਼ ਭਰ ਵਿੱਚ ਮਨਾਇਆ। ਬਰਤਾਨਵੀ ਗਵਰਨਮੈਂਟ ਦੀ ਇਹ ਬੜੀ ਤੀਬਰ ਇੱਛਾ ਸੀ ਕਿ ਦੇਸ਼ ਦਾ ਵਿਧਾਨ ਬਣਾਉਣ ਲਈ ਕੋਈ ਬੰਨ ਨੂੰ ਝਟਪਟ ਬੰਨ੍ਹਿਆ ਜਾਵੇ ਤਾਂ ਜੋ ਅੰਗਰੇਜ਼ ਹਿੰਦੁਸਤਾਨ ਨੂੰ ਪੂਰਨ ਸਵਰਾਜ ਬਿਨਾਂ ਵਿਲੰਬ ਦੇ ਦੇਣ। ਇਉਂ ਵਿਚਾਰ ਕੇ ਬਰਤਾਨਵੀ ਸਰਕਾਰ ਵੱਲੋਂ ਆਪਣੇ ਇੱਕ ਵਜ਼ੀਰਾਂ ਦਾ ਜਥਾ ਹਿੰਦੁਸਤਾਨੀ ਲੀਡਰਾਂ ਨਾਲ ਗੱਲਬਾਤ ਕਰਕੇ ਵਿਧਾਨਕ ਅਸੈਂਬਲੀ ਨੂੰ ਸਥਾਪਿਤ ਕਰਨ ਦਾ ਕੋਈ ਰਾਹ ਲੱਭਣ ਹਿੰਦੁਸਤਾਨ ਆਇਆ। ਇਹ ਵਜ਼ੀਰਾਂ ਦਾ ਜਥਾ ਕੈਬਨਿਟ ਮਿਸ਼ਨ ਕਹਿਲਾਇਆ, ਜੋ ਸੰਨ 1946 ਦੇ ਚੜ੍ਹਦੇ ਸਾਲ ਹਿੰਦੁਸਤਾਨ ਪੁੱਜਾ। ਇਸ ਕੈਬਨਿਟ ਮਿਸ਼ਨ ਵਿੱਚ ਬਰਤਾਨਵੀ ਸਰਕਾਰ ਦੇ 3 ਸਿਰਕੱਢ ਵਜ਼ੀਰ ਸ਼ਾਮਲ ਸਨ: ਪੈਥਿਕ ਲਾਰੈਂਸ, ਸਟੈਫਰਡ ਕ੍ਰਿਪਸ ਅਤੇ A.V. ਅਲੈਗਜ਼ੈਂਡਰ। ਮਾਰਚ 1946 ਦੇ ਆਰੰਭ ਦੀ ਗੱਲ ਹੈ ਕਿ ਮੈਂ ਸਰ ਜੋਗਿੰਦਰਾ ਸਿੰਘ ਦੀ ਨਵੀਂ ਦਿੱਲੀ ਵਿੱਚ ਯਾਰਕ ਰੋਡ ਉੱਤੇ ਕੋਠੀ ਵਿੱਚ ਬੈਠਾ ਸੀ। ਸਰ ਜੋਗਿੰਦਰਾ ਸਿੰਘ ਉਹਨਾਂ ਦਿਨਾਂ ਵਿੱਚ ਵਾਇਸਰਾਏ ਦੀ ਐਗਜ਼ੈਕਟਿਵ ਕੌਂਸਲ ਦੇ ਸਿੱਖ ਮੈਂਬਰ ਸਨ। ਸਰ ਜੋਗਿੰਦਰਾ ਸਿੰਘ ਬੜੇ ਉੱਚ ਬੁੱਧੀ, ਧੀਰਜ ਸੁਭਾਅ ਤੇ ਸ਼ਰਧਾਵਾਨ ਸਿੱਖ ਸਨ ਅਤੇ ਵਿੱਦਿਆ, ਗਿਆਨ ਦੇ ਪਾਰਖੂ ਤੇ ਕਦਰਦਾਨ। ਮੇਰੇ ਨਾਲ ਬੜਾ ਸਨੇਹ ਕਰਦੇ ਸਨ ਅਤੇ 1944-45 ਵਿੱਚ ਜਦੋਂ ਮੈਂ ਗੁੜਗਾਉਂ ਵਿੱਚ ਡਿਪਟੀ ਕਮਿਸ਼ਨਰ ਸੀ, ਉਹਨਾਂ ਨੂੰ ਹਰ ਤੀਜੇ ਚੌਥੇ ਦਿਨ ਮਿਲਦਾ ਰਹਿੰਦਾ ਸੀ ਅਤੇ ਉਹ ਧਰਮ, ਰਾਜਨੀਤੀ, ਆਰਟ, ਸਾਹਿਤ ਆਦਿ ਵਿਸ਼ਿਆਂ ਉੱਤੇ ਮੇਰੇ ਨਾਲ ਗੱਲਾਂ ਕਰਕੇ ਪ੍ਰਸੰਨ ਹੁੰਦੇ ਸਨ। ਇਸ ਕੈਬਨਿਟ ਮਿਸ਼ਨ ਬਾਰੇ ਗੱਲ ਚੱਲੀ ਤਾਂ ਕਹਿਣ ਲੱਗੇ, ਬਰਤਾਨੀਆ ਦੀ ਇਹ ਵਜ਼ੀਰ ਮੰਡਲੀ ਤਨੋ ਮਨੋ ਚਾਹਵਾਨ ਹੈ ਕਿ ਅੰਗਰੇਜ਼ਾਂ ਦੇ ਹਿੰਦੁਸਤਾਨ ਛੱਡ ਜਾਣ ਤੋਂ ਪਹਿਲਾਂ ਕੋਈ ਅਜਿਹਾ ਪੱਕਾ ਬੰਨ ਨੂੰ ਬੰਨ੍ਹਿਆ ਜਾ ਸਕੇ ਜਿਸ ਨਾਲ ਸਿੱਖ ਸੁਤੰਤਰ ਹਿੰਦੁਸਤਾਨ ਵਿੱਚ ਆਪਣੇ ਪੈਰਾਂ ਤੇ ਪੱਕੇ ਤੌਰ ਤੇ ਖੜੋ ਸਕਣ। ਬ੍ਰਿਟਿਸ਼ ਪਾਰਲੀਮੈਂਟ ਤੇ ਅੰਗਰੇਜ਼ੀ ਕੌਮ ਉੱਤੇ ਇਹ ਵਿਸ਼ਵ ਯੁੱਧ ਵਿੱਚ ਸਿੱਖਾਂ ਦੇ ਮਿਲਵਰਤਨ ਦਾ ਬੜਾ ਚੰਗਾ ਪ੍ਰਭਾਵ ਪਿਆ ਹੈ। ਜੇ ਮਾਸਟਰ ਤਾਰਾ ਸਿੰਘ ਮੇਰੇ ਵੱਲ ਨਾ ਹੁੰਦੇ ਤਾਂ ਜਿਹੜੀ ਖਾਲਸਾ ਡਿਫੈਂਸ ਆਫ ਇੰਡੀਆ ਲੀਗ ਬਣਾਈ ਗਈ ਸੀ, ਉਹ ਕਾਮਯਾਬ ਨਹੀਂ ਸੀ ਹੋਣੀ। ਸਤਿਗੁਰੂ ਸਿੱਖ ਲੀਡਰਾਂ ਨੂੰ ਸਦਾ ਹੀ ਇਹੋ ਜਿਹੀ ਨਿਰਮਲ ਬੁੱਧੀ ਬਖਸ਼ਣ ਤਾਂ ਜੋ ਖਾਲਸਾ ਨਾ ਕੇਵਲ ਹਿੰਦੁਸਤਾਨ ਲਈ ਸਗੋਂ ਸਾਰੇ ਸੰਸਾਰ ਲਈ ਲਾਭਵੰਦ ਹੋ ਸਕੇ। ਮੈਂ ਪੁੱਛਿਆ, ਇਹ ਸਿੱਖਾਂ ਲਈ ਕੀ ਕਰ ਸਕਦੇ ਹਨ? ਸਿਰਾਂ ਦੀ ਗਿਣਤੀ ਕਰਕੇ ਇਹ ਰਾਜ ਭਾਗ ਦਾ ਵੰਡਾਰਾ ਕਰਨ ਲੱਗੇ ਹਨ ਤੇ ਸਿੱਖ ਕੇਵਲ ਅਲਪ ਸੰਖਿਆ ਹੀ ਨਹੀਂ ਸਗੋਂ ਕਿਸੇ ਮੁਲਕ ਦੇ ਹਿੱਸੇ ਵਿੱਚ ਵੀ ਬਹੁ ਗਿਣਤੀ ਵਿੱਚ ਨਹੀਂ। ਇਹ ਸਿੱਖਾਂ ਦੀ ਸਹਾਇਤਾ ਕਿਹੜੇ ਰਾਹ ਨਾਲ ਕਰਨਾ ਲੋਚਦੇ ਹਨ? ਸਰ ਜੋਗਿੰਦਰਾ ਸਿੰਘ ਕਹਿਣ ਲੱਗੇ, ਪਾਕਿਸਤਾਨ ਦੇ ਵਜ਼ਨ ਉੱਤੇ ਖਾਲਿਸਤਾਨ ਕੇਵਲ ਇਹੋ ਰਾਹ ਸਿੱਖਾਂ ਦੀ ਸੁਰੱਖਿਆ ਦਾ ਨਹੀਂ ਅਤੇ ਨਾ ਹੀ ਇਹ ਗੁਰੂ ਦੀ ਇੱਛਾ ਭਾਸਦੀ ਹੈ। ਸਿੱਖ ਸਾਰੇ ਹਿੰਦੁਸਤਾਨ ਅਤੇ ਹਿੰਦੂਆਂ ਦੇ ਪੁੱਜ ਕੇ ਖੈਰਖਾਹ ਹਨ, ਕਿਉਂਕਿ ਹਿੰਦੂਆਂ ਨਾਲ ਸਾਡੇ ਸਬੰਧ ਬੜੇ ਡੂੰਘੇ ਤੇ ਸੁਖਾਵੇਂ ਹਨ। ਪਰ ਸਤਿਗੁਰੂ ਨੇ ਸਿੱਖਾਂ ਦਾ ਜੀਵਨ ਮਰਨ ਹਿੰਦੁਸਤਾਨ ਦੇ ਮੁਸਲਮਾਨਾਂ ਤੇ ਇਸਲਾਮ ਨਾਲ ਨੱਥੀ ਕਰ ਦਿੱਤਾ ਹੋਇਆ ਹੈ। ਇਸ ਵਿੱਚ ਵੀ ਕੋਈ ਰੱਬੀ ਭੇਤ ਹੈ। ਮੁਸਲਮਾਨਾਂ ਦੀ ਨਿਰੀ ਮੁਖਾਲਫਤ ਕਰਕੇ ਅਸੀਂ ਨਾ ਹਿੰਦੂਆਂ ਦਾ ਬਹੁਤ ਕੁਝ ਸਵਾਰ ਸਕਦੇ ਹਾਂ ਅਤੇ ਨਾ ਹਿੰਦੁਸਤਾਨ ਦੀ ਕੋਈ ਦੇਰਪਾ ਸੇਵਾ। ਮੁਸਲਮਾਨਾਂ ਨਾਲ ਸਹਿਯੋਗ ਕਰਕੇ ਸਿੱਖ ਨਾ ਕੇਵਲ ਮੁਸਲਮਾਨਾਂ ਦਾ ਇਕੱਲਖੋਰ ਰੁਚੀਆਂ ਅਤੇ ਹਿੰਦੂ ਦਵੈਸ਼ ਸੁਭਾਅ ਨੂੰ ਹੀ ਰੋਕ ਪਾ ਸਕਦੇ ਹਨ, ਸਗੋਂ ਹਿੰਦੂਆਂ ਤੇ ਮੁਸਲਮਾਨਾਂ ਅਤੇ ਪਾਕਿਸਤਾਨ ਤੇ ਹਿੰਦੁਸਤਾਨ ਵਿਚਕਾਰ ਅਟੁੱਟ ਭਰਾਤਰੀ ਭਾਵ ਦੀ ਵਿਚੋਲਗਿਰੀ ਵੀ ਕਰ ਸਕਦੇ ਹਨ। ਇਉਂ ਤੇ ਇਹੋ ਜਿਹਾ ਜਿਹੜਾ ਸਾਲਮ ਤੇ ਅਖੰਡ ਹਿੰਦੁਸਤਾਨ ਬਣੇਗਾ ਉਹ ਚਿਰੰਜੀਵ ਤੇ ਨਰੋਆ ਹੋਵੇਗਾ, ਨਹੀਂ ਤਾਂ ਜਿਵੇਂ ਸਤਮਾਹੇ ਬੱਚੇ ਪੇਟ ਚਾਕ ਕਰਕੇ ਕੱਢੇ ਹੋਏ ਹੁੰਦੇ ਹਨ, ਉਹ ਦਸ਼ਾ ਹੋ ਜਾਵੇਗੀ। ਇਹੋ ਸਿੱਖੀ ਤੇ ਸਿੱਖਾਂ ਦਾ ਅਸਲੀ ਮਿਸ਼ਨ ਵੀ ਹੈ ਜੋ ਗੁਰੂਆਂ ਨੇ ਸਾਨੂੰ ਸੌਂਪਿਆ ਹੈ। ਮੈਂ ਕਿਹਾ, ਤੁਸੀਂ ਜੋ ਕਹਿ ਰਹੇ ਹੋ ਇਸ ਨਾਲ ਮੇਰੇ ਮਨ ਅੰਦਰ ਕੁਝ ਧੁੰਦਲੇ ਜਿਹੇ ਰੂਪ ਹੋਣ ਵਾਲੇ ਰਾਜਸੀ ਪ੍ਰਬੰਧ ਬਾਰੇ ਬਣੇ ਹਨ, ਕਿਉਂ ਜੋ ਇਸ ਪਾਸੇ ਮੇਰਾ ਮਨ ਸੰਨ 1932 ਤੋਂ ਕਦੇ-ਕਦੇ ਜਾਂਦਾ ਰਿਹਾ ਹੈ। ਮੈਂ ਤੁਹਾਨੂੰ ਆਪਣੀਆਂ ਕੈਂਬਰਿਜ ਦੀਆਂ ਯਾਦਦਾਸ਼ਤਾਂ ਇਸ ਵਿਸ਼ੇ ਉੱਤੇ ਦੱਸ ਹੀ ਚੁੱਕਾ ਹਾਂ, ਪਰ ਕੈਬਨਿਟ ਮਿਸ਼ਨ ਵਾਲਿਆਂ ਨੇ ਵੀ ਕੋਈ ਇਸ਼ਾਰਾ ਸੰਕੇਤ ਅਜੇ ਤੱਕ ਕੀਤਾ ਹੈ ਕਿ ਨਹੀਂ?
उत्तर दत्तो ने, नहीं, अजे मेरी कोई सविस्तार गलबात इस विषय ते उन्हां नाल नहीं होई, पर ओह मेरे नाल गलबात करन दे मौके दे इच्छावान हन। यह मेरे कन्नी पा दिता गया है। कल तुसीं आउणा, मैं पता कर रखांगा ते फेर कैबिनेट मिशन दे वजीरां नूं अपने घर रात दे खाणे उत्ते बुलावांगा। उस खाणे उत्ते ही सब गलबात दी नींह बज जावेगी। मैं 2 दिन होए यह इशारे अमृतसर भी कहा भेजे हैं। दूजे दिन मैं सवेरे 11 बजे सर जोगिंद्रा सिंह दी कोठी पुज्जा तां ओह अपने घर दे दफ्तर विच ही बैठे मिले। मेरे नाल बोले कुछ ना, पर एक तार जेब विचों कढ के मेरे हथ फड़ाई। उस विच मैं पढ़िया, तुहानू कैबिनेट मिशन नाल सिखां बारे कोई गलबात करन दा अधिकार पंथ वल्लों नहीं है। करोगे तां अकाली दल तुहाडी जही तही फेरेगा। ज्ञानी करतार सिंह, श्रोमणी अकाली दल। एक जरूरी फुटनोट। सन 1947 ਦੇ ਮਾਰਚ ਮਹੀਨੇ ਦੀ ਗੱਲ ਹੈ ਕਿ ਗਿਆਨੀ ਕਰਤਾਰ ਸਿੰਘ ਜੀ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਨ ਅਤੇ ਡਾਕਟਰ ਗੋਪਾਲ ਸਿੰਘ MA PhD ਗਿਆਨੀ ਜੀ ਦੇ ਨਿਕਟਵਰਤੀ ਚੇਲੇ ਸਨ ਕਿ ਬੰਗਾਲ ਵਿੱਚ ਹਿੰਦੂ ਮੁਸਲਮਾਨ ਖਿੱਚੋਤਾਣ ਬਹੁਤ ਵੱਧ ਗਈ। ਉਸ ਸਮੇਂ ਇੱਕ ਪੂਰਬੀ ਬੰਗਾਲ ਦਾ ਵੱਡਾ ਰਈਸ, ਰਾਜਾ ਅਤੇ 3 ਹੋਰ ਪ੍ਰਤਿਸ਼ਠ ਬੰਗਾਲੀ ਅੰਮ੍ਰਿਤਸਰ ਆ ਕੇ ਗਿਆਨੀ ਜੀ ਨੂੰ ਮਿਲੇ ਤੇ ਬੇਨਤੀ ਕੀਤੀ कि कुछ विद्वान सिख झटपट बंगाल भेजे जान तां जो 5 लाख के करीब बंगाली नौजवान अमृत छक के सिंह सज जान अते यों पूर्वी बंगाली विच विशेष करके अते सारे बंगाल विच 30-40 लाख सिख वसों हो जावे जो पाकिस्तान दे हड़ नूं रोक पा सके। ਗਿਆਨੀ जी ने उन्हां नूं यों टाल के मोड़ दिता कि छेती ही कुछ प्रबंध किया जावेगा, पर किता कुछ भी ना। डॉक्टर गोपाल सिंह दे पुछण उत्ते दिल दा भेत यों खोलिया, तुहानू पॉलिटिक्स दी समझ नहीं है। जे बंगाल विच 1 करोड़ भी सिख सज जान तां भी सेंटर विखे वजीर एक सिख ही बनना है, ओह सरदार बलदेव सिंह जी हों। हुए तुम दोस्त जिसके दुश्मन उसका आसमां क्यों हो। यह ਗਿਆਨੀ ਕਰਤਾਰ ਸਿੰਘ ਜਦੋਂ ਜੂਨ 1974 ਵਿੱਚ ਮ੍ਰਿਤੂ ਹੋ ਗਏ ਤਦ ਲਗਭਗ ਸਾਰੇ ਸਿੱਖ ਪ੍ਰੈਸ ਨੇ ਉਹਨਾਂ ਨੂੰ ਪੰਥ ਦਾ ਦਿਮਾਗ, ਦਰਵੇਸ਼, ਸਿਆਸਤਦਾਨ, ਲਾਸਾਨੀ ਪੰਥ ਸੇਵਕ ਆਦਿ ਕਹਿ ਕੇ ਜਾਣ ਬੁੱਝ ਕੇ ਆਉਣ ਵਾਲੀਆਂ ਸਿੱਖ ਪੀੜ੍ਹੀਆਂ ਨੂੰ ਪੁਚਲਾਉਣ ਤੇ ਭੁਲੇਖੇ ਵਿੱਚ ਪਾਉਣ ਦਾ ਯਤਨ ਕੀਤਾ। पर उसके भोग उत्ते ਗਿਆਨੀ ਜੈਲ ਸਿੰਘ जी ने पंजाब सरकार वालों ਗਿਆਨੀ करतार सिंह की यादगार स्थापित करने का ऐलान करके यह तत्थ स्पष्ट किया कि मरण वाला असल विच कांग्रेस की खेल ही खेल रहा सी तां जो सिख किते मुसलमानां नाल रल के सारा पंजाब पाकिस्तान विच ना लै जाण। फुटनोट समाप्त। यह पढ़ के मैं चुप करके बैठा रहा। कुछ समय पिछों सर जोगिंद्रा सिंह आप ही बोले, मेरे हथों इस वेले पंथ दी कुछ सेवा हो सकदी तां मैं गुरपुरी विच सुरखरू होके जांदा। यह अकालियां नूं एवें शक है कि मैं उन्हां दे बंदे नूं नवीं बनन वाली वाइसराय दी एग्जैक्टिव कौंसल विच वड़न नहीं देना चाहुंदा। मेरियां हुण बहुतियां संसारी उमंगां नहीं रह गईयां। इहो समां वेला संभाल लैण दा है सी जो मैं कर सकदा सी। फिर सप निकल जावेगा ते लकीर रह जावेगी। अंग्रेज दिंदे हन तां सिख लैंदे नहीं, फिर सिख मंगणगे तां किसी ने देना नहीं। पिछले 25 सालां तो जो यतन भी सिखां दे बचाव दा करीदा है उस नूं अपने ही असफल बना दिंदे हन। जह जह डारी पग धरियो सोई मुरमुर जाए। पंथ दी सेवा बड़ी औखी है, सतगुर की सेवा गाखड़ी, पर सिखां हथों पग लुहाउणी इस तों भी वधेरे औखी है। पता नहीं सतगुरु दा की भाणा वरतना है। मैं कुछ ना बोलिया ते चुप करके टुर आया। एक होर जरूरी फुटनोट। उदासी सिख साधु कल्याण दास विष्णु धाम मथुरा दी लिखित पुस्तक सब तो वड्डा सतगुर नानक 2 जिल्दां 1962 विच विस्तार नाल अखी देखी शहादत दे आधार ते दस्सिया होया है कि किवें मास्टर तारा सिंह जी ने उगर हट करके
क्रिप्स मिशन द्वारा सिखां दा कुछ बनन ना दिता। फुटनोट समाप्त। कैबिनेट मिशन के सामने पहला ते जरूरी कदम यह सी कि किवें वायसराय दी एग्जैक्टिव कौंसल देश के लीडरां दे सलाह मशवरे नाल बन जावे तां ओह हिंदुस्तान दा नेताप्रत दा राज प्रबंध संभाल लवे। फिर विधान परिषद या कंस्टीट्यूएंट असैंबली बनानी जा सकेगी। आपसी समझौता कोई हिंदुस्तानी लीडरां दा ना हुंदा देख के कैबिनेट मिशन ने तजवीज़ कीती कि 6 मैंबर कांग्रेस दे जिन्हां विच एक अछूत होवे, 5 मुस्लिम लीग दे, 1 सिख, 1 पारसी ते 1 हिंदुस्तानी ईसाई रल के वायसराय दी कौंसल बुला लैण, पर इस तजवीज़ नूं भी कांग्रेस ने कबूल ना किता। 29 जून 1946 ਨੂੰ निराश हो के कैबिनेट मिशन वापस वलायत मुड़ गया। इस विच कोई संशय नहीं रह गया सी कि अंग्रेज राज भाग हिंदुस्तान नूं सौंपण लई उतावले सन, पर हिंदुस्तानी इस नूं सांभण लई आपस विच सहमत नहीं सन हो सके। 6 जुलाई 1946 ਨੂੰ कांग्रेस ने मता पास कर दिता कि ਉਹ विधान परिषद विच शामिल होण लई तैयार ਹਨ बिना वायसराय दी एग्जैक्टिव कौंसल बनाउण दे। यह मता सर्ब हिंद कांग्रेस कमेटी ने कलकत्ते बैठ के पास किया। इस वेले कांग्रेस के प्रधान पंडित जवाहर लाल नेहरू सन। अपने प्रधानगी भाषण विच ते पिछों प्रेस कानफ्रेंस विच नेहरू जी ने 2 गल्लां स्पष्ट आखियां। एक यह कि कैबिनेट मिशन ने हिंदुस्तान के विधान बारे जो खरड़ा बनाया है उस दियां पूर्व कल्पित बुनियादां नूं अते उस दियां निश्चित हद्दां नूं साडा विधान परिषद बदलण दा अधिकारी होवेगा। इस दा स्पष्ट भाव यह सी कि कैबिनेट मिशन दियां तजवीज़ां अनुसार निर्मित किया होया विधान परिषद झटपट बिना बरतानवी सरकार दे कोई अजिहा कानून बनाए दे सर्वशक्ति संपन्न विधान परिषद बन जाएगा। यह गल ना तां कानून अनुसार ही सी ते ना न्यायपूरत ही, क्यों जो यो हिंदुस्तान दे विधान बनाउण ते राज भाग संभालण दीआं नीहां उलीकण दी सारी ताकत विधान परिषद विच बहु गिनती जिहड़ी कि हिंदू सन दे हथ चली जांदी सी अते मुसलमान बिल्कुल निहत्थल ते बेबस हो जांदे सन। बाकी घट गिनती कौमां दा तां नाम ही लैणा समां गवाउण वाली गल बन जांदी सी। यह भारी ते दिन दीवी धक्का सी जिस नूं मुस्लिम लीग मान लैंदी तां खुदकुशी करदी। यों विचार के मुस्लिम लीग ने फैसला किया कि हुण हत्थां बाज करारिया वैरी मित ना होए। यह कैबिनेट मिशन की स्कीम दियां नीहां ते सीमा बदलण दी गल ना भी हुंदी तां भी दूजी धमकी जो नेहरू जी ने दिती ओह ही हिंदुस्तान दा वंडारा अवश्य बनाउण लई काफ़ी सी। हुण तक मुस्लिम लीग जिसने कि सारियां मुस्लिम सीटां सेंट्रल असैंबली दे चुनाव विच जित लईआं सन, यह मनदी चली आ रही सी कि किसी न किसी रूप विच हिंदुस्तान दी एक मुठ अखंडता एक केंद्री हिंद सरकार दे रूप विच कायम रहनी योग है। कैबिनेट मिशन की स्कीम की यह आधारशिला सी अते इस स्कीम नूं मुस्लिम लीग ने शुद्ध हिरदे नाल कबूल लिया सी। मुस्लिम लीग की योग इच्छा यह सी कि इस केंद्री सरकार कोल कोई अजिहे अधिकार ना होण जिन्हां द्वारा ओह मुस्लिम बहुगिणती दे प्रांतां विच निताप्रत दा राजकाज असंभव बना सके ते यों मुसलमानां उत्ते तद्दी दा कारण बने। दूजे उसकी मंग सी कि इस केंद्री सरकार विच मुसलमानां दा धड़ा इतना वड्डा होवे कि हिंदू, सिख, ईसाई ते पारसी सारे मिल के भी उन्हां उत्ते बहुते भारू ना हो सकन। यह मंग मुसलमानां नूं करन दी तीबर लोड़ तां पई क्यों जो सिखां जिन्हां दे हत्थ विच उत्तर पश्चिमी हिंद दे मुस्लिम बहुगिणती दे इलाकिਆਂ विच ताकत दा पासकू सी, ओह जे हिंदुआं वल होण तां हिंदू भारी ते जे मुसलमानां वल होण तां मुसलमान भारू हो जांदे सी। स्पष्ट अपनी होनी हिंदुआं दे हवाले करन दा निश्चा कर चुके सन। जे किते सिख यह यकीन दवा दिंदे कि ओह अपने आप नूं एक सुतंत्र ते निरपक्ष इकाई समझ के देश दे राजसी खेतर विच विचरना चाहुंदे हन तां मुसलमानां दे मन विच इतना धुड़कू नहीं सी पैना ते ओह देश दे वंडारे वल यों दृढ़चित हो के कदे ना झुकदे जिवें कि उन्हां ने अंत नूं कीता। यों विचारिया जिथे यह ठीक है कि पूर्वी पंजाब
ਪੱਛਮੀ ਬੰਗਾਲ, ਆਸਾਮ, ਜੰਮੂ ਕਸ਼ਮੀਰ, ਲਦਾਖ ਤੇ ਹਿਮਾਚਲ ਪ੍ਰਦੇਸ਼ ਦੇ ਵਿਸ਼ਾਲ ਦੇਸ਼ ਸਿੱਖਾਂ ਨੇ ਮੁਸਲਮਾਨਾਂ ਕੋਲੋਂ ਖੋਹ ਕੇ ਹਿੰਦੂਆਂ ਨੂੰ ਦਿਵਾਏ ਹਨ, ਉੱਥੇ ਇਹ ਵੀ ਠੀਕ ਹੈ ਕਿ ਦੇਸ਼ ਦੇ ਵੰਡਾਰੇ ਦੀ ਸਥੂਲ ਜ਼ਿੰਮੇਵਾਰੀ ਜੇ ਹਿੰਦੂਆਂ ਦੇ ਸਿਰ ਹੈ ਤਾਂ ਇਸ ਦੁਰਘਟਨਾ ਦੀ ਸੂਖਮ ਜ਼ਿੰਮੇਵਾਰੀ ਸਿੱਖਾਂ ਦੇ ਸਿਰ ਆਉਂਦੀ ਹੈ। ਇਹ ਮੰਨਣਾ ਹੀ ਚਾਹੀਏ ਕਿ ਦੇਸ਼ ਦਾ ਵੰਡਾਰਾ, ਇਸ ਵੰਡਾਰੇ ਕਾਰਨ ਲੱਖਾਂ ਸਿੱਖਾਂ ਹਿੰਦੂਆਂ ਦਾ ਕਤਲ ਅਤੇ ਲੱਖਾਂ ਹਿੰਦੂਆਂ ਸਿੱਖਾਂ ਦੀਆਂ ਧੀਆਂ ਭੈਣਾਂ ਦੀ ਬੇਪਤੀ, ਸਿੱਖਾਂ ਹਿੰਦੂਆਂ ਦੀ ਅਰਬਾਂ ਰੁਪਈਆਂ ਦੀ ਜਾਇਦਾਦਾਂ ਦੀ ਹਾਨੀ, ਸੈਂਕੜੇ ਪਵਿੱਤਰ ਗੁਰਧਾਮਾਂ ਦਾ ਸਿੱਖਾਂ ਹੱਥੋਂ ਨਿਕਲ ਜਾਣ ਦੀ ਜ਼ਿੰਮੇਵਾਰੀ ਵਿਸ਼ੇਸ਼ ਕਰਕੇ ਸਿੱਖਾਂ ਦੀ ਮੂੜ ਮੱਤ ਉੱਤੇ ਹੀ ਆਉਂਦੀ ਹੈ ਅਤੇ ਨਾਲ ਹੀ ਹਿੰਦੂਆਂ ਦੀ ਜਨਮ ਸਿੱਧ ਕੁਚੇਸ਼ਟਾ ਤੇ ਮੁਸਲਮਾਨਾਂ ਦੀ ਸ਼ੂਕਰ ਬਿਰਤੀ ਉੱਤੇ ਆਉਂਦੀ ਹੈ, ਜਿਨ੍ਹਾਂ ਰੁਝਾਨਾਂ ਕਾਰਨ ਪਾਕਿਸਤਾਨ ਦੀ ਸਥਾਪਤੀ ਅਵੱਸ਼ ਬਣ ਗਈ ਅਤੇ ਸਾਰੇ ਏਸ਼ੀਆ ਲਈ ਲੰਮੇ ਗੁੰਝਲਦਾਰ ਮਸਲੇ ਪੈਦਾ ਹੋ ਗਏ। ਕੈਬਨਿਟ ਮਿਸ਼ਨ ਦੀ ਸਕੀਮ ਵਿੱਚ ਇਹ ਨਿਸ਼ਚਾ ਕੀਤਾ ਗਿਆ ਸੀ ਕਿ ਕੇਂਦਰੀ ਸਰਕਾਰ ਕੋਲ ਕੇਵਲ ਸੈਨਿਕ ਰੱਖਿਆ, ਯਾਤਾਯਾਤ ਤੇ ਵਪਾਰ, ਵਿਦੇਸ਼ੀ ਨੀਤੀ ਆਦਿ ਦੇ ਅਧਿਕਾਰ ਹੀ ਰਹਿਣ ਤੇ ਬਾਕੀ ਰਾਜ ਪ੍ਰਬੰਧ ਦੇ ਸਭ ਅਧਿਕਾਰ ਪ੍ਰਾਂਤਾਂ ਕੋਲ ਰਹਿਣ। ਯੋਂ ਮੁਸਲਮਾਨ ਸਮਝਦੇ ਸੀ ਕਿ ਉਨ੍ਹਾਂ ਉੱਤੇ ਹਿੰਦੂ ਬਹੁਗਿਣਤੀ ਕਦੇ ਬਹੁਤਾ ਧੱਕਾ ਨਹੀਂ ਕਰ ਸਕੇਗੀ। ਨਹਿਰੂ ਜੀ ਨੇ ਇਸ 6 ਜੁਲਾਈ ਵਾਲੀ ਪ੍ਰੈਸ ਕਾਨਫਰੰਸ ਵਿੱਚ ਕਲਕੱਤੇ ਕਿਹਾ ਕਿ ਸੈਨਿਕ ਰੱਖਿਆ, ਵਿਦੇਸ਼ੀ ਨੀਤੀ, ਯਾਤਾਯਾਤ ਇਹ ਜੋ ਅਧਿਕਾਰ ਪ੍ਰਦਾ ਸ਼ਬਦ ਹਨ, ਇਹਨਾਂ ਦੇ ਕੀ ਅਰਥ ਹਨ? ਸੈਨਿਕ ਰੱਖਿਆ ਲਈ ਕਿਹੜੇ-ਕਿਹੜੇ ਅਧਿਕਾਰ ਕੇਂਦਰੀ ਸਰਕਾਰ ਯੋਗ ਸਮਝਦੀ ਹੈ ਤੇ ਯੋਂ ਹੀ ਵਿਦੇਸ਼ੀ ਨੀਤੀ, ਯਾਤਾਯਾਤ ਆਦਿ ਬਾਬਤ ਇਸ ਦਾ ਅੰਤਮ ਫੈਸਲਾ ਵੀ ਵਿਧਾਨ ਪ੍ਰੀਸ਼ਦ ਹੀ ਕਰੇਗਾ, ਜਿਸ ਦਾ ਭਾਵ ਸਪਸ਼ਟ ਇਹ ਸੀ ਕਿ ਵਿਧਾਨ ਪ੍ਰੀਸ਼ਦ ਵਿੱਚ ਹਿੰਦੂ ਬਹੁਗਿਣਤੀ ਜੋ ਵਿਧਾਨ ਦੇਸ਼ ਦਾ ਚਾਹੇ ਨਿਰਮਤ ਕਰ ਲਵੇ ਤੇ ਜੋ ਅਧਿਕਾਰ ਵੀ ਕੇਂਦਰੀ ਸਰਕਾਰ ਨੂੰ ਦੇਣਾ ਚਾਹੇ ਦੇ ਦੇਵੇ। ਮੁੱਦਾ ਕੀ ਨਹਿਰੂ ਜੀ ਨੇ ਮੁਸਲਮਾਨਾਂ ਤੇ ਹੋਰ ਘੱਟ ਗਿਣਤੀਆਂ ਨੂੰ ਬਿਨਾਂ ਲਾਗ ਲਪੇਟ ਦੇ ਸਪਸ਼ਟ ਕਰ ਦਿੱਤਾ ਕਿ ਅੰਗਰੇਜ਼ਾਂ ਦੇ ਚਲੇ ਜਾਣ ਪਿੱਛੋਂ ਰਾਜ ਨਿਰੋਲ ਹਿੰਦੂਆਂ ਦੀ ਮਰਜ਼ੀ ਨਾਲ ਚੱਲੇਗਾ, ਕੜਾ ਕਾਨੂੰਨ ਕੋਈ ਨਹੀਂ। ਇਹੋ ਭਾਵ ਇਸ ਦਾਅਵੇ ਦਾ ਸੀ ਕਿ ਅਮਕੇ ਸ਼ਬਦ ਦਾ ਕੀ ਭਾਵ ਅਰਥ ਹੈ, ਅਮਕੀ ਵਿਧਾਨਕ ਧਾਰਾ ਦਾ ਕੀ ਪ੍ਰਾਯ ਹੈ ਦਾ ਫੈਸਲਾ ਹਿੰਦੂ ਬਹੁਗਿਣਤੀ ਆਪਣੀ ਸਵੈ ਇੱਛਾ ਅਨੁਸਾਰ ਕਰੇਗੀ, ਭਾਵੇਂ ਨਿਆਂਸ਼ੀਲ ਨਿਰਪੱਖ ਆਤਮਾ ਪੁਰਸ਼ ਕੁਝ ਵੀ ਕਹਿੰਦੇ ਹੋਣ ਤੇ ਭਾਵੇਂ ਇਹਨਾਂ ਸ਼ਬਦਾਂ ਦੇ ਪ੍ਰਮਾਣਕ ਭਾਵਰਥ ਕੁਝ ਵੀ ਹੋਣ। ਪੰਡਿਤ ਜਵਾਹਰ ਲਾਲ ਨਹਿਰੂ ਵਰਗਾ ਵਿਦਵਾਨ, ਸੋਝੀਵਾਨ ਤੇ ਨਿਆਂਸ਼ੀਲ ਆਦਮੀ ਇਸ ਪ੍ਰਕਾਰ ਦੀ ਗੱਲ ਆਖੇ, ਇਹ ਮੰਨਣੀ ਬੜੀ ਕਠਿਨ ਭਾਸਦੀ ਹੈ। ਪਰ ਭਾਵੇਂ ਜੋਸ਼ ਵਿੱਚ ਆ ਕੇ ਤੇ ਜਾਂ ਆਪਣੀ ਪਰਪੱਕ ਮਨੋਵਿਰਤੀ ਦੇ ਅਧੀਨ ਅਤੇ ਮਨ, ਵਚਨ, ਕਰਮ ਇੱਕੋ ਰੱਖਣ ਦੇ ਉੱਚ ਆਦਰਸ਼ ਦੀ ਪੂਰਤੀ ਲਈ ਜੋ ਕੁਝ ਨਹਿਰੂ ਜੀ ਨੇ ਇਸ ਸਮੇਂ ਕਿਹਾ, ਉਸ ਦੇ ਇਹੋ ਅਰਥ ਠੀਕ ਨਿਕਲਦੇ ਹਨ ਜੋ ਮੁਸਲਿਮ ਲੀਗ ਨੇ ਸਮਝੇ। ਕਿ ਨਹਿਰੂ ਜੀ ਨੇ ਸਮਝਿਆ ਨਾ ਕਿ ਜੋ ਕੁਝ ਉਹ ਕਹਿ ਰਹੇ ਹਨ ਉਹ ਕਿਵੇਂ ਵੀ ਯਥਾਰਥ ਨਹੀਂ ਹੈ, ਭਾਵ ਇਹ ਕਿ ਉਹਨਾਂ ਦੇ ਵਿਚਾਰ ਵਿੱਚ ਅਤੇ ਹਿੰਦੂਆਂ ਦੀ ਵਿਚਾਰਧਾਰਾ ਅਨੁਸਾਰ ਸੁਤੰਤਰ ਹਿੰਦੁਸਤਾਨ ਵਿੱਚ ਇਹ ਨਹੀਂ ਮੰਨਿਆ ਜਾਵੇਗਾ ਕਿ ਵਿਧਾਨਕ ਸ਼ਬਦਾਂ ਅਤੇ ਕਾਨੂੰਨੀ ਸੰਬੋਧਾਂ ਦੇ ਭਾਵਅਰਥ ਨਿਸ਼ਚਿਤ ਕਰਨ ਦਾ ਅਧਿਕਾਰ ਨਿਆਂਸ਼ੀਲ ਨਿਰਪੱਖ ਆਤਮਾ ਪੁਰਸ਼ਾਂ ਨੂੰ ਹੀ ਹੈ, ਨਿਰੀ ਬਹੁਗਿਣਤੀ ਨੂੰ ਨਹੀਂ, ਅਤੇ ਅਜਿਹੇ ਸੰਬੋਧਾਂ ਦੇ ਅਰਥ ਸੰਦੀਪ ਪਰੰਪਰਾ ਤੇ ਪ੍ਰਮਾਣ ਦੇ ਅਧੀਨ ਹੁੰਦੇ ਹਨ, ਰਾਜਸੀ ਸੱਤਾ ਜਾਂ ਹਿੱਕ ਦੇ ਧੱਕੇ ਦੇ ਨਹੀਂ। ਜੇ ਨਹਿਰੂ ਜੀ ਦਾ, ਕਾਂਗਰਸ ਦਾ ਤੇ ਹਿੰਦੂਆਂ ਦਾ ਸੱਚਮੁੱਚ ਇਹੋ ਮਤ ਤੇ ਮਨੋਵਿਰਤੀ ਹੈ ਤਾਂ ਕਾਨੂੰਨ ਤੇ ਵਿਧਾਨ ਦੇ ਅਰਥ ਹੀ ਕੋਈ ਨਹੀਂ ਰਹਿ ਜਾਂਦੇ, ਸਿਵਾਏ ਇਸ ਦੇ ਕਿ ਵਿਧਾਨ ਤੇ ਕਾਨੂੰਨ ਰਾਜਕੀਆਂ ਦੀ ਨਿਤਾ ਪ੍ਰਤ ਚਲਾਏਮਾਨ ਸਵੈ ਇੱਛਾ ਦਾ ਹੀ ਦੂਜਾ ਨਾਮ ਹੈ। ਇਸ ਬੁਨਿਆਦ ਉੱਤੇ ਤਾਂ ਕੋਈ ਰਾਜ ਜਾਂ ਸਮਾਜ ਬਹੁਤਾ ਚਿਰ ਸਥਿਰ ਨਹੀਂ ਰਹਿ ਸਕਦਾ, ਪਰ ਇਹ ਵਿਚਾਰ ਉਸ ਵੇਲੇ ਜੋਸ਼ ਵਿੱਚ ਨਹਿਰੂ ਜੀ ਨੂੰ ਨਹੀਂ ਫੁਰੇ ਹੋਣਗੇ ਅਤੇ ਜੋ ਕੁਝ ਉਹਨਾਂ ਦੇ ਮਨ ਅੰਦਰ ਸੀ ਉਹ ਉਹਨਾਂ ਨੇ ਬਿਨਾਂ ਲਾਗ ਲਪੇਟ ਦੇ ਮੂੰਹੋਂ ਕੱਢ ਦਿੱਤਾ। ਪਰ ਜੇ ਇਹੋ ਅਸਲੀ ਇਰਾਦੇ ਹਿੰਦੂਆਂ ਦੇ ਸਨ ਤਾਂ ਮੁਸਲਮਾਨਾਂ ਲਈ ਹੋਰ ਰਾਹ ਹੀ ਕੀ ਰਹਿ ਗਿਆ ਸੀ ਕਿ ਉਹ ਆਪਣਾ ਰਾਜ ਭਾਗ ਵੱਖਰਾ ਵੰਡਾ ਲੈਂਦੇ। ਪੰਡਿਤ ਨਹਿਰੂ ਜੀ ਨੇ ਇੱਕ ਵਾਰ ਸੰਨ 1947 ਤੋਂ ਪਹਿਲਾਂ ਜਦੋਂ ਕਿ ਉਹ ਸੈਂਟਰਲ ਅਸੈਂਬਲੀ ਦਿੱਲੀ ਵਿੱਚ ਬੋਲ ਰਹੇ ਸਨ ਕਿਹਾ ਸੀ, बात वो कहिए कि जिस बात के 100 पहलू हो, कोई पहलू तो रहे बात बदलने के लिए।
ਨਹਿਰੂ ਜੀ ਦਾ ਇਹ ਦ੍ਰਿੜ ਮਤ ਤੇ ਚਿੱਤ ਸੀ ਕਿ ਸਪਸ਼ਟ ਸੱਚ ਕਦੇ ਬੋਲਣਾ ਨਹੀਂ ਅਤੇ ਧੋਖਾ ਦੇਣ ਤੇ ਵਿਸ਼ਵਾਸਘਾਤ ਕਰਨ ਦਾ ਰਾਹ ਸਦਾ ਖੁੱਲ੍ਹਾ ਰੱਖਣਾ ਹੈ। ਅਜਿਹੇ ਆਦਮੀਆਂ ਬਾਬਤ ਸਾਹਿਬ ਦਸਮ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਦਾ ਬਚਨ ਹੈ ਕਿ ਇਹ ਮਹਾਨੀਚ, ਅਤ ਅਦਮ ਤੇ ਨਾਰਕੀ ਆਤਮਾ ਭ੍ਰਸ਼ਟ ਲੋਕ ਹਨ। ਹਮਾ ਮਰਦ ਬਾਇਦ ਸ਼ਬਦ ਸੁਖਨਵਰ, ਨਾ ਸ਼ਿਕਮੇ ਦਿਗਰ ਵਾ ਦਹਾਨੇ ਦਿਗਰ। ਮੁਸਲਮਾਨਾਂ ਨੇ ਤਾਂ ਗੁਰੂ ਗੋਬਿੰਦ ਸਿੰਘ ਜੀ ਦੇ ਬਚਨ ਮੰਨ ਲਏ, ਪਰ ਸਿੱਖਾਂ ਨੇ ਭੁਲਾ ਦਿੱਤੇ। ਜੁਲਾਈ 1946 ਦੇ ਤੀਜੇ ਹਫ਼ਤੇ ਮੁਸਲਿਮ ਲੀਗ ਨੇ ਸਿੱਧੇ ਹੱਥ ਕਰਨ ਦਾ ਮਤਾ ਪਾਸ ਕਰ ਦਿੱਤਾ ਤੇ ਹਿੰਦੁਸਤਾਨ ਦੇ ਮੁਸਲਮਾਨਾਂ ਨੂੰ ਵੰਗਾਰਿਆ ਕਿ ਉਹ 16 ਅਗਸਤ 1946 ਨੂੰ ਸਿੱਧੇ ਹੱਥ ਕਰਨ ਦਾ ਦਿਨ ਮਨਾਉਣ। ਮਾਰਚ 1947 ਤੋਂ ਲੈ ਕੇ ਸਤੰਬਰ 1947 ਤੱਕ ਦੇ ਦਿਨਾਂ ਵਿੱਚ ਲਗਭਗ 5 ਲੱਖ ਹਿੰਦੂ, ਸਿੱਖ, ਮੁਸਲਮਾਨ, ਮਰਦ, ਔਰਤਾਂ ਤੇ ਬੱਚੇ ਉੱਤਰ ਪੱਛਮੀ ਹਿੰਦ ਵਿੱਚ ਤੇ ਬੰਗਾਲ ਵਿੱਚ ਕਤਲ ਕੀਤੇ ਗਏ। 1 ਲੱਖ ਕੁਆਰੀਆਂ ਦੇ 7 ਭੰਗ ਹੋਏ ਤੇ ਧਰਮ ਛੀਨ ਹੋਏ। 50 ਲੱਖ ਆਦਮੀ ਆਪਣੇ ਪਿਤਾ ਪੁਰਖੀ ਜਨਮ ਅਸਥਾਨਾਂ ਵਿੱਚੋਂ ਕੱਢੇ ਗਏ ਤੇ ਘਰੋਂ ਬੇਘਰ ਹੋਏ ਅਤੇ 100 ਅਰਬ ਰੁਪਏ ਦੀ ਧਨ ਸਥਾਵਰ ਹਾਨੀ ਹੋਈ। ਇਹ ਫਲ ਸੀ ਇਸ ਸਿਧਾਂਤ ਤੇ ਨਹਿਰੂ ਜੀ ਦੇ ਸਿੰਘਨਾਦ ਦਾ ਕਿ ਵਿਧਾਨਕ ਸ਼ਬਦਾਂ ਅਤੇ ਕਾਨੂੰਨੀ ਸੰਬੋਧਾਂ ਦੇ ਅਰਥ ਬਹੁ ਗਿਣਤੀ ਦੇ ਸਵੈ ਇੱਛਾ ਆਧਾਰਿਤ ਤੇ ਹਿੱਕ ਦੇ ਤੱਕੇ ਦੇ ਅਧੀਨ ਹਨ। ਹੋਰ ਕੋਈ ਸੁਤੰਤਰ, ਸੁੱਤੇ ਸਿੱਧ, ਸਰਵ ਪ੍ਰਮਾਣਿਕ ਅਰਥ ਅਜਿਹੇ ਸ਼ਬਦਾਂ ਦੇ ਉਹ ਜਿਨ੍ਹਾਂ ਦੇ ਹੱਥ ਰਾਜ ਸੱਤਾ ਸਿਰਾਂ ਦੀ ਗਿਣਤੀ ਦੇ ਆਧਾਰ ਤੇ ਆਉਣ ਵਾਲੀ ਹੈ, ਅਰਥਾਤ ਹਿੰਦੂ ਨਹੀਂ ਮੰਨਣਗੇ। ਇਉਂ ਸੋਚਣਾ ਜਿਵੇਂ ਕਿ ਨਹਿਰੂ ਜੀ ਨੇ ਸੋਚਿਆ ਅਯੋਗ ਸੀ, ਪਰ ਇਉਂ ਸੋਚ ਕੇ ਉਹ ਕਹਿਣਾ ਜੋ ਕੁਝ ਨਹਿਰੂ ਜੀ ਨੇ ਕਿਹਾ ਉਹ ਹੋਰ ਵੀ ਅਯੋਗ ਸੀ। ਧਰਮ ਯੋ ਬਾਦ ਤੇ ਧਰਮ ਨਾ ਸਹਿ ਧਰਮੈ ਕੁਧਰਮ ਤਤ। ਜਿਹੜਾ ਧਰਮ ਲਈ ਹੀ ਹਾਨੀਕਾਰਕ ਹੋਵੇ ਉਹ ਧਰਮ ਨਹੀਂ ਕੁਧਰਮ ਹੈ। ਇਸ ਕਲਕੱਤੇ ਵਾਲੀ ਕਾਨਫਰੰਸ ਵਿੱਚ ਨਹਿਰੂ ਜੀ ਨੇ ਦੁਨੀਆ ਭਰ ਦੇ ਅਖਬਾਰੀ ਨੁਮਾਇੰਦਿਆਂ ਰਾਹੀਂ ਸਿੱਖਾਂ ਨੂੰ ਇਹ ਛਲਾਵਾ ਦਿੱਤਾ। ਪੰਜਾਬ ਦੇ ਬਹਾਦਰ ਸਿੱਖ ਖਾਸ ਸਲੂਕ ਦੇ ਹੱਕਦਾਰ ਹਨ। ਮੈਂ ਮੰਨਦਾ ਹਾਂ ਕਿ ਹਿੰਦੁਸਤਾਨ ਦੇ ਉੱਤਰ ਵਿੱਚ ਇੱਕ ਅਜਿਹਾ ਖਿੱਤਾ ਅਤੇ ਵਿਧਾਨ ਹੋਣਾ ਚਾਹੀਦਾ ਹੈ ਜਿਸ ਵਿੱਚ ਸਿੱਖਾਂ ਉੱਤੇ ਕਿਸੇ ਹੋਰ ਦਾ ਦਾਅਵਾ ਨਾ ਹੋਵੇ। ਬਹਾਦਰ, ਨਿਰਛਲ ਤੇ ਵਿਸਾਹ ਖਾਣ ਵਾਲੇ ਸਿੱਖ ਇਹਨਾਂ ਬਚਨਾਂ ਨੂੰ ਸੰਨ 1950 ਤੱਕ 3 ਕਾਲ 7 ਦੇਵ ਬਾਣੀ ਮੰਨਦੇ ਰਹੇ। ਮਛਲੀ ਜਾਲ ਨਾ ਜਾਣਿਆ ਸਰਖਾਰਾ ਅਸਗਾ, ਅਤ ਸਿਆਣੀ ਸੋਹਣੀ ਕਿਉਂ ਕੀਤੋ ਵਿਸਾ। 25 ਜੁਲਾਈ 1946 ਨੂੰ ਵਿਧਾਨ ਪ੍ਰੀਸ਼ਦ ਦੀਆਂ ਚੋਣਾਂ ਦੇ ਸਿੱਟੇ ਨਿਕਲੇ। ਬ੍ਰਿਟਿਸ਼ ਇੰਡੀਆ ਦੇ ਪ੍ਰਾਂਤਾਂ ਵੱਲੋਂ 296 ਨੁਮਾਇੰਦੇ ਹਿੰਦੂਆਂ ਦੇ ਚੁਣੇ ਜਾਣੇ ਸਨ। ਉਹ ਸਾਰੇ ਦੇ ਸਾਰੇ 9 ਆਦਮੀ ਛੱਡ ਕੇ ਕਾਂਗਰਸ ਦੇ ਆਦਮੀ ਚੁਣੇ ਗਏ। 78 ਮੁਸਲਿਮ ਸੀਟਾਂ ਵਿੱਚੋਂ ਮੁਸਲਿਮ ਲੀਗ 73 ਜਿੱਤ ਗਈ ਤੇ ਇਉਂ ਕਾਂਗਰਸੀ ਬਾਕੀ ਸਾਰੀਆਂ ਦੇ ਇਕੱਠੇ ਮੁਕਾਬਲੇ ਉੱਤੇ ਵੀ ਭਾਰੀ ਬਹੁਗਿਣਤੀ ਵਿੱਚ ਸਨ। ਇਸ ਵਿਧਾਨ ਪ੍ਰੀਸ਼ਦ ਵਿੱਚ ਨਹਿਰੂ ਜੀ ਦੇ ਕਥਨ ਕੀਤੇ ਸਿਧਾਂਤਾਂ ਅਨੁਸਾਰ ਜੋ ਵਿਧਾਨ ਬਣਨਾ ਅਤੇ ਉਸ ਵਿਧਾਨ ਉੱਤੇ ਜਿਵੇਂ ਅਮਲ ਹੋਣਾ ਸੀ ਉਹ ਕਿਸੇ ਗੈਰ ਕਾਂਗਰਸੀ ਲਈ ਵੀ ਭਰੋਸਾ ਦਿਵਾਊ ਨਹੀਂ ਸੀ। ਮੁਸਲਮਾਨਾਂ ਲਈ ਤਾਂ ਸਿੱਧਾ ਕਹਿਰ ਸੀ। 12 ਅਗਸਤ ਨੂੰ ਵਾਇਸਰਾਏ ਨੇ ਕਾਂਗਰਸ ਦੇ ਪ੍ਰੈਜ਼ੀਡੈਂਟ ਨੂੰ ਕੇਂਦਰੀ ਵਜ਼ਾਰਤ ਬਣਾਉਣ ਦਾ ਨਿਮੰਤਰਣ ਦਿੱਤਾ। 16 ਅਗਸਤ ਨੂੰ ਮੁਸਲਮਾਨਾਂ ਨੇ ਆਪਣ ਹੱਥੀ ਆਪਣਾ ਆਪੇ ਹੀ ਕਾਜ ਸਵਾਰੀਏ ਤੇ ਮਹਾਵਾਕਾਂ ਉੱਤੇ ਅਮਲ ਆਰੰਭ ਦਿੱਤਾ। ਬੰਗਾਲ ਤੇ ਬਿਹਾਰ ਵਿੱਚ ਭਾਰੇ ਹਿੰਦੂ ਮੁਸਲਿਮ ਫਸਾਦ ਆਰੰਭ ਹੋ ਗਏ ਅਤੇ ਬੰਗਾਲ ਦੇ ਮੁਸਲਿਮ ਲੀਗੀ ਮੁੱਖ ਮੰਤਰੀ ਸੁਹਰਾਵਰਦੀ ਨੇ ਐਲਾਨ ਕਰ ਦਿੱਤਾ ਕਿ ਜੇ ਕੇਂਦਰੀ ਸਰਕਾਰ ਕਾਂਗਰਸ ਦੀ ਬਣ ਗਈ ਤਾਂ ਬੰਗਾਲ ਸੁਤੰਤਰ ਦੇਸ਼ ਬਣਾ ਦਿੱਤਾ ਜਾਵੇਗਾ। 2 ਸਤੰਬਰ ਨੂੰ ਵਾਇਸਰਾਏ ਨੇ ਆਪਣੀ ਨਵੀਂ ਐਗਜ਼ੈਕਟਿਵ ਕੌਂਸਲ ਬਣਾਈ ਤਾਂ ਸਰ ਸਫਾਇਤ ਅਹਿਮਦ ਖਾਨ ਉਸ ਵਿੱਚ ਮੁਸਲਿਮ ਲੀਗ ਦੀ ਮਰਜ਼ੀ ਤੋਂ ਬਿਨਾਂ ਸ਼ਾਮਲ ਹੋਏ ਸਨ। ਉਹਨਾਂ ਨੂੰ ਸ਼ਿਮਲੇ ਦੇ ਭਰੇ ਚੌਂਕ ਵਿੱਚ ਚਾਕੂ ਮਾਰ ਕੇ ਇਹਨਾਂ ਸਤਰਾਂ ਦੇ ਲਿਖਾਰੀ ਦੇ ਸਾਹਮਣੇ ਘਾਇਲ ਕਰ ਦਿੱਤਾ ਗਿਆ। ਨਾਲ ਹੀ ਬੰਬਈ ਤੇ ਅਹਿਮਦਾਬਾਦ ਵਿੱਚ ਖੂਨੀ ਹਿੰਦ ਮੁਸਲਿਮ ਫਸਾਦ ਆਰੰਭ ਹੋ ਗਏ। ਤਦ ਗਾਂਧੀ ਨੇ ਮੰਨਿਆ ਕਿ ਹਿੰਦੁਸਤਾਨ ਖਾਨਾ ਜੰਗੀ ਦੇ ਮੂੰਹ ਕੋਲ ਆ ਖੜਾ ਹੈ। ਹੁਣ ਤੱਕ ਅਸੀਂ ਇਸ ਕਿਤਾਬ ਦੇ 155 ਪੰਨੇ ਪੜ੍ਹ ਚੁੱਕੇ ਹਾਂ।
ਬਾਕੀ ਦੀ ਕਿਤਾਬ ਅਸੀਂ ਅਗਲੇ ਭਾਗ ਵਿੱਚ ਪੜ੍ਹਾਂਗੇ। ਇਜਾਜ਼ਤ ਦਿਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।